ਪਦ ਪੰਕਜ ਬੰਦਨ ਪਦ ਪੰਕਜ ਬੰਦਨ ਸਿਮਰੋ ਅੰਗਦ ਲੋਕ ਨੀਕੰਦਨਾ ਅਮਰਦਾਸ ਗੁਰ ਹਿਰਦੈ ਤੇ ਆਵੋ ਤੇ ਆਵੋ। ਸ੍ਰੀ ਗੁਰੂ ਰਾਮਦਾਸ ਗੁਣ ਗਾਵੋ। ਸ੍ਰੀ ਅਰਜਨ ਬਿਘਨਨ ਕੇ ਨਾਸ਼ਕ ਬਿਘਨਨ ਕੇ ਨਾਸਿਕ। ਹਰ ਗੋਬਿੰਦ ਸ਼ੁਭ ਸੁਮਤ ਪ੍ਰਕਾਸ਼ਕ। ਸ੍ਰੀ ਹਰਿ ਰਾਇ ਨਮੋ ਕਰ ਚੋਰੀ ਨਮੋ ਕਰ ਜੋਰੀ। ਗੁਰੂ ਹਰਿ ਕ੍ਰਿਸ਼ਨ ਮਨਾਇ ਬਹੋਰੀ। ਤੇਗ ਬਹਾਦੁਰ ਪਰਮ ਕਿਰਪਾਲਾ ਜੀ ਪਰਮ ਕਿਰਪਾਲਾ। ਸ੍ਰੀ ਗੁਰੂ ਗੋਬਿੰਦ ਸਿੰਘ ਵਿਸ਼ਾਲਾ। ਧਰੋਂ ਧਰਾ ਧਰ ਪੁਨ ਪੁਨ ਸੀਸ ਜੀ ਪੁਨ ਪੁਨ ਸੀਸ। ਵੰਦੋ ਬਾਰ ਬਾਰ ਜਗਦੀਸ਼। ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਬੈਰਾਗ। ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ ਵੰਦੋ ਕਰ ਅਨੁਰਾਗ। ਏਕ ਓੰਕਾਰ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਵਿਗਨ ਬਿਨਾਸਨ ਸੋਏ। ਵਾਹਿਗੁਰੂ ਜੀ ਕੀ ਫਤਿਹ। ਵਿਗਨ ਬਿਨਾਸਨ ਸੋਏ। ਮਾਤਲ ਸੋਭਾ ਤਨ ਸੁਭ ਕਰਤੇ। ਵਿਚਰਤ ਵਹਿਰ ਉਜਾਰ ਨਿਹਰਤੇ। ਮੰਦ ਮੰਦ ਕਰ ਤੁੰਦ ਪਲਾਵੈ। ਦਾਸ ਤੁਰੰਗਮ ਸੰਗ ਸਿਧਾਵੈ। ਪਰਮ ਸਨਮਾਨਯੋਗ ਜੁਗੋ ਜੁਗ ਟਲ ਚਵਰ ਛਤਰ ਤਖਤ ਦੇ ਮਾਲਕ। ਜ਼ਾਹਰਾ ਜ਼ਹੂਰ ਹਾਜ਼ਰਾ ਹਜ਼ੂਰ ਸਰਬ ਕਲਾ ਭਰਪੂਰ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸਤਿਗੁਰੂ ਜੀ ਕੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਉਪਸਥਿਤ ਹੋਏ ਗੁਰੂ ਸਵਾਰੇ ਗੁਰੂ ਪਿਆਰੇ ਸਤਸੰਗੀ ਜਨੋ, ਆਓ ਮਹਾਰਾਜ ਜੀ ਕੀ ਅਪਾਰ ਬਖਸ਼ਿਸ਼ ਨਾਲ ਸੰਧਿਆ ਵੇਲੇ ਦੇ ਪਾਵਨ ਪਵਿੱਤਰ ਦੀਵਾਨਾਂ ਦੀ ਆਰੰਭਤਾ ਕਰੀਏ। ਗੁਰੂ ਇਤਿਹਾਸ ਕੀ ਲੜੀਵਾਰ ਕਥਾ ਜੋ ਸਤਿਗੁਰੂ ਜੀ ਕੇ ਇਹਨਾਂ ਪਵਿੱਤਰ ਸਥਾਨਾਂ ਤੇ ਆਪ ਸੰਗਤ ਰੋਜ਼ਾਨਾ ਪਿਆਰ ਭਾਵਨਾ ਅਦਬ ਸਹਿਤ ਸਰਵਣ ਕਰਦੇ ਹੋ ਚਲਦੀ ਆ ਰਹੀ ਲੜੀ ਤਹਿਤ ਕੁਝ ਸਮਾਂ ਮਹਾਰਾਜ ਜੀ ਕੇ ਜੀਵਨ ਬਿਰਤਾਂਤਾਂ ਨਾਲ ਜੁੜਨ ਦਾ ਆਪਾਂ ਯਤਨ ਕਰਦੇ ਹਾਂ। ਪ੍ਰਥਮ ਮਹਾਰਾਜ ਤੋਂ ਆਗਿਆ ਲਈਏ। ਰਸਨਾ ਪਵਿੱਤਰ ਕਰਨੀ ਗੁਰੂ ਫਤਿਹ ਨਾਲ ਸਾਂਝ ਪਾਉਣਾ ਜੀ। ਫਤਿਹ ਪ੍ਰਵਾਨੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੱਲ੍ਹ ਦਿਆਂ ਦੀਵਾਨਾਂ ਅੰਦਰ ਜਿੱਥੇ ਸੰਪੰਨਤਾ ਹੋਈ, ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੋ ਕਿ ਲਖਨੌਰ ਦੀ ਧਰਤੀ ਤੇ ਵਿਚਰ ਰਹੇ ਨੇ। ਮਹਾਰਾਜ ਜੀ ਕੇ ਮਾਮਾ ਕਿਰਪਾਲ ਚੰਦ ਜੀ ਸ਼੍ਰੀ ਅਨੰਦਪੁਰ ਸਾਹਿਬ ਤੋਂ ਵਿਸ਼ੇਸ਼ ਤਿਆਰੀ ਦੇ ਨਾਲ ਘੋੜੇ ਆਦਿਕ ਲੈ ਕਰਕੇ ਆਏ, ਸ਼ਸਤਰ ਲੈ ਕਰਕੇ ਆਏ। ਮਹਾਰਾਜ ਕੀ ਮੌਜ ਹੈ। ਕਹਿ ਰਹੇ ਨੇ ਕਿ ਅਸੀਂ ਹੁਣ ਕੁਝ ਦਿਨ ਯੁੱਧ ਵਿੱਦਿਆ ਦਾ ਅਭਿਆਸ ਕਰਨਾ ਹੈ, ਜਿਹਦੇ ਵਿੱਚ ਪ੍ਰਥਮ ਸ਼ਿਕਾਰ ਖੇਡਣਾ ਹੈ। ਸੋ ਸ਼ਿਕਾਰ ਦੇ ਲਈ ਮਹਾਰਾਜ ਤਿਆਰੀ ਕਰ ਰਹੇ ਨੇ। ਸ਼ਸਤਰ ਸਜਾਏ ਹਨ, ਗਾਤਰੇ ਵਿੱਚ ਸ਼੍ਰੀ ਸਾਹਿਬ ਪਾਈ ਹੈ, ਇੱਕ ਮੋਢੇ ਤੇ ਧਨੁੱਖ ਲਟਕਾਇਆ ਹੈ, ਇੱਕ ਮੋਢੇ ਦੇ ਉੱਪਰ ਬਾਣ ਤਰਕਸ਼ ਭਰਿਆ ਹੋਇਆ ਹੈ। ਵਿਸ਼ੇਸ਼ ਘੋੜਾ ਜਿਹੜਾ ਹੈ ਮਹਾਰਾਜ ਜੀ ਨੇ ਮੰਗਵਾਇਆ, ਹੱਥ ਤੇ ਬਾਜ ਰੱਖਿਆ। ਇਸ ਵਿਧ ਮਹਾਰਾਜ ਤਿਆਰੀ ਕਰਕੇ ਅੱਜ ਘਣੇ ਜੰਗਲ ਵੱਲ ਨੂੰ ਤੁਰਨ ਲੱਗੇ ਨੇ।
ਨਾਲ ਹੀ ਮਹਾਰਾਜ ਜੀ ਕੇ ਮਾਮਾ ਭਾਈ ਕਿਰਪਾਲ ਚੰਦ ਜੀ ਜਿਹੜੇ ਹਨ ਉਹ ਮਹਾਰਾਜ ਜੀ ਕੇ ਸੰਗ ਜਾ ਰਹੇ ਨੇ ਤੇ ਆਪਸ ਵਿੱਚ ਬਾਤਾਂ ਕਰਦੇ ਹੋਏ ਸਹਿਜੇ ਸਹਿਜ ਘੋੜੇ ਦੇ ਉੱਪਰ ਹੌਲੀ ਹੌਲੀ ਸਫ਼ਰ ਕਰਦੇ ਹੋਏ ਮਹਾਰਾਜ ਜੰਗਲ ਵੱਲ ਨੂੰ ਜਾ ਰਹੇ ਹਨ। ਇਥੇ ਉਤ ਭੈਰਤ ਭਏ ਆਨੰਦ। ਇਥੇ ਉਤ ਭਾਵ ਜਿਸ ਵਕਤ ਉਸ ਸਫ਼ਰ ਤੇ ਜਾ ਰਹੇ ਨੇ, ਜੰਗਲ ਵੱਲ ਜਾ ਰਹੇ ਨੇ ਜਿੱਥੇ ਸ਼ਿਕਾਰ ਖੇਡਣਾ ਹੈ, ਸੋ ਇੱਧਰ ਕਦੇ ਦਾਏਂ ਬਾਏਂ ਮਹਾਰਾਜ ਸੱਚੇ ਪਾਤਸ਼ਾਹ ਤੱਕਦੇ ਹਨ, ਵੇਖ ਕਰਕੇ ਆਨੰਦਿਤ ਹੁੰਦੇ ਹਨ। ਏਕ ਜਾਮ ਲੋ ਗੁਰੂ ਮਕੰਦ। ਇੱਕ ਜਾਮ ਭਾਵ ਇੱਕ ਪੈਰ ਮਹਾਰਾਜ ਸੱਚੇ ਪਾਤਸ਼ਾਹ ਇਦਾਂ ਹੀ ਘੋੜੇ ਤੇ ਚੜ੍ਹ ਕੇ ਤੇ ਇਸ ਸਫ਼ਰ ਵਿੱਚ ਰਹੇ ਸਨ। ਕੁਛ ਅਖੀਰ ਕਰ ਘਰ ਕੋ ਆਏ। ਫਿਰ ਕੁਛ ਅਖੀਰ ਹੁੰਦਾ ਸ਼ਿਕਾਰ। ਸੋ ਅਖੀਰ ਕੁਝ ਇੱਕ ਜੀਵਾਂ ਦੇ ਸ਼ਿਕਾਰ ਜਿਹੜੇ ਹਨ ਮਹਾਰਾਜ ਜੀਆਂ ਨੇ ਖੇਡੇ ਹਨ। ਹੁਣ ਇੱਥੇ ਅਸੀਂ ਇਹ ਨਹੀਂ ਕਹਿ ਸਕਦੇ ਵੀ ਮਹਾਰਾਜ ਜੀ ਜੀਵ ਹੱਤਿਆ ਕਰ ਰਹੇ ਨੇ, ਕਿਉਂਕਿ ਸੰਸਾਰਿਕ ਰਾਜੇ ਜਿਹੜੇ ਹੁੰਦੇ ਨੇ ਉਹਨਾਂ ਦੇ ਸ਼ਿਕਾਰ ਖੇਡਣ ਦਾ ਮੰਤਵ ਕੁਝ ਹੋਰ ਹੁੰਦਾ ਹੈ। ਮਹਾਰਾਜ ਜੀ ਕੇ ਸ਼ਿਕਾਰ ਖੇਡਣਾ, ਉਹ ਸੰਸਾਰਿਕ ਮਨੁੱਖਾਂ ਵਾਰ ਸ਼ਿਕਾਰ ਨਹੀਂ ਖੇਡਦੇ, ਉਹ ਤਾਂ ਆਪਣੀ ਯੁੱਧ ਵਿੱਦਿਆ ਦੇ ਅਭਿਆਸ ਨੂੰ ਲੈ ਕਰਕੇ ਜੀਵਾਂ ਦੀ ਮੁਕਤੀ ਦੇ ਲਈ ਕਿਤੇ ਕਿਤੇ ਇਹਨਾਂ ਜੀਵਾਂ ਦਾ ਸ਼ਿਕਾਰ ਕਰਦੇ ਰਹੇ ਨੇ। ਸੋ ਅੱਗੇ ਕੁਝ ਬਿਰਤਾਂਤ ਆਉਣਗੇ ਵੀ ਇਤਿਹਾਸ ਵਿੱਚ ਮਹਾਰਾਜ ਜੀਆਂ ਤੋਂ ਸਿੱਖਾਂ ਨੇ ਇਸ ਸੰਬੰਧ ਵਿੱਚ ਪੁੱਛ ਵੀ ਕੀਤੀ ਸੀ। ਸੋ ਜਿਵੇਂ ਮਹਾਰਾਜ ਆਪਣੀ ਮੌਜ ਵਿੱਚ ਇੱਥੇ ਸ਼ਿਕਾਰ ਖੇਡ ਰਹੇ ਨੇ, ਕੁਝ ਇੱਕ ਸ਼ਿਕਾਰ ਜੀਵਾਂ ਦਾ ਸ਼ਿਕਾਰ ਕਰਦੇ ਹਨ ਤੇ ਵਾਪਸ ਆਉਂਦੇ ਹਨ। ਜੁਗ ਮਾਤਨ ਮਗ ਦਿਸ ਜਿਗ ਲਾਏ। ਤੇ ਜਿਸ ਵਕਤ ਅੱਜ ਇੱਕ ਜਾਮ ਭਾਵ ਸਮਾਂ ਇੰਨਾ ਕੁ ਬਿਤਾ ਕਰਕੇ ਤੇ ਮਹਾਰਾਜ ਵਾਪਸ ਆਏ, ਆਉਂਦਿਆਂ ਹੀ ਘਰ ਅੰਦਰ ਦੋਨੋਂ ਮਾਤਾਵਾਂ, ਮਾਤ ਨਾਨਕੀ ਜੀ, ਮਾਤਾ ਗੁਜਰ ਕੌਰ ਜੀ ਮਹਾਰਾਜ ਜੀ ਕੀ ਉਡੀਕ ਕਰ ਰਹੀਆਂ ਸਨ। ਉਦਤ ਮੁਦਤ ਦਿਖ ਪੋਤਰ ਬੰਧਨ ਕੋ। ਤੇ ਜਿਵੇਂ ਮਹਾਰਾਜ ਜੀਆਂ ਨੂੰ ਸ਼ਸਤਰਬੱਧ ਤਿਆਰ ਘੋੜੇ ਦੇ ਉੱਪਰ ਸਜਿਆ ਹੋਇਆ ਦਰਸ਼ਨ ਕਰਦੀ ਹਨ ਮਾਤਾ ਜੀ, ਤੇ ਮਾਤਾ ਜੀਆਂ ਨੂੰ ਪ੍ਰਥਮ ਤਾਂ ਪਿਤਾਮਾ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਕੀ ਯਾਦ ਆਉਂਦੀ ਹੈ ਵੀ ਇਹਨਾਂ ਦੇ ਦਾਦਾ ਜੀ ਵੀ ਇਸ ਵੇਲੇ ਹੀ ਘੋੜੇ ਤੇ ਚੜ੍ਹ ਕੇ ਵਿਚਰਿਆ ਕਰਦੇ ਸਨ, ਸਫ਼ਰ ਕਰਦੇ ਸਨ। ਅੱਜ ਅੱਗੇ ਪੋਤਰੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਇੱਦਾਂ ਵਿਚਰ ਰਹੇ ਹਨ। ਸੋ ਉਹ ਵੇਲਾ ਯਾਦ ਕਰਕੇ ਮਾਤਾ ਨਾਨਕੀ ਜੀ ਜਾਂ ਮਾਤਾ ਗੁਜਰ ਕੌਰ ਜੀ ਪ੍ਰਸੰਨ ਵੀ ਹੁੰਦੇ ਹਨ। ਖਰੀ ਭੋਰ ਪਰ ਤਿਆਗ ਸਦਨ ਕੋ। ਦੂਰੋਂ ਹੀ ਮੁੱਖ ਦੁਆਰ ਤਿਆਗ ਕਰਕੇ ਤੇ ਆਉਂਦੇ ਹੋਏ ਲਾਲ ਗੋਬਿੰਦ ਰਾਏ ਜੀ ਹੋਰਾਂ ਦੇ ਦਰਸ਼ਨ ਕਰਕੇ ਪ੍ਰਸੰਨ ਹੋ ਰਹੇ ਹਨ। ਉਤਰੇ ਨਵੇਂ ਕਰਤ ਕਰ ਬਰੇ। ਫਿਰ ਜਿਵੇਂ ਹੀ ਮਹਾਰਾਜ ਸੱਚੇ ਪਾਤਸ਼ਾਹ ਆਪਣੇ ਗ੍ਰਹਿ ਵਿਖੇ ਆਏ ਹਨ, ਪ੍ਰਥਮ ਘੋੜੇ ਤੋਂ ਉਤਰੇ ਹਨ, ਆ ਕਰਕੇ ਸਭ ਤੋਂ ਪਹਿਲਾਂ ਮਾਤਾ ਜੀਓ ਕੇ ਚਰਨਾਂ ਅੰਦਰ ਨਮਸਕਾਰ ਕੀਤੀ ਹੈ। ਉਸ ਤੋਂ ਉਪਰੰਤ ਫਿਰ ਘਰ ਅੰਦਰ ਪ੍ਰਵੇਸ਼ ਕਰਦੇ ਹਨ। ਸੰਗ ਕਿਰਪਾਲ ਆਪਨੇ ਕਰੇ। ਤੇ ਮਹਾਰਾਜ ਜੀ ਕੇ ਸੰਗ ਮਾਮਾ ਕਿਰਪਾਲ ਚੰਦ ਜੀ ਹਨ, ਕਿਉਂਕਿ ਜਦੋਂ ਤੱਕ ਮਹਾਰਾਜ ਸੱਚੇ ਪਾਤਸ਼ਾਹ ਜੀ ਆਨੰਦਪੁਰ ਟੇਕ ਕੇ ਆਪਣੇ ਸਾਰੇ ਕਰਮ ਧਰਮ ਵਿੱਚ ਨਹੀਂ ਆਉਂਦੇ, ਉਸ ਤੋਂ ਪਹਿਲਾਂ ਮਾਮਾ ਕਿਰਪਾਲ ਚੰਦ ਜੀ ਨੂੰ ਹੁਕਮ ਹੋਇਆ ਸੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਕਾ ਵੀ ਤੁਸੀਂ ਸੰਗ ਹੀ ਰਹਿਣਾ। ਇਸ ਲਈ ਇੱਥੇ ਵੀ ਮਾਮਾ ਕਿਰਪਾਲ ਚੰਦ ਜੀ ਮਹਾਰਾਜ ਜੀ ਕੇ ਸਾਥ ਹੀ ਉਹ ਜੰਗਲ ਦੇਸ਼ ਵਿੱਚ ਸ਼ਿਕਾਰ ਦੇ ਲਈ ਗਏ ਸਨ ਤੇ ਸਾਥ ਹੀ ਵਾਪਸ ਆਏ ਹਨ। ਇਸ ਵਿਦ ਕੇਤਕ ਦਿਵਸ ਬਿਤਾਏ। ਭਾਈ ਸੰਤੋਖ ਸਿੰਘ ਸਾਹਿਬ ਜੀ ਜ਼ਿਕਰ ਕਰਦੇ ਹਨ, ਇਸ ਵਿਦ ਮਹਾਰਾਜ ਜੀਆਂ ਨੇ ਕੁਝ ਦਿਨ ਜਿਹੜੇ ਹਨ ਇਦਾਂ ਹੀ ਬਤੀਤ ਕੀਤੇ ਕਿ ਦਿਨ ਚੜ੍ਹਦਿਆਂ ਮਹਾਰਾਜ ਆਪਣੇ ਘੋੜੇ ਤੇ ਸਵਾਰ ਹੋ ਕਰਕੇ ਦੂਰ ਦੇਸ਼ ਜੰਗਲ ਵਿੱਚ ਜਾਂਦੇ ਹਨ, ਕੋਈ ਸ਼ਿਕਾਰ ਆਦਿ ਕਰਦੇ ਹਨ, ਯੁੱਧ ਵਿੱਦਿਆ ਦਾ ਅਭਿਆਸ ਕਰਦੇ ਹਨ ਤੇ ਫਿਰ ਵਾਪਸ ਆ ਜਾਂਦੇ ਹਨ। ਖੇਲਤ ਮੇਲ ਬਾਲ ਸਮੁਦਾਏ। ਹੁਣ ਇਸ ਤੋਂ ਪਹਿਲਾਂ ਜਿਹੜੀ ਮਹਾਰਾਜ ਜੀ ਕੀ ਖੇਡ ਸੀ ਉਹ ਬਾਲਾਂ ਦੇ ਨਾਲ, ਛੋਟੇ ਸਾਥੀਆਂ ਦੇ ਨਾਲ, ਹਾਣੀਆਂ ਦੇ ਨਾਲ ਸੀ, ਪਰੰਤੂ ਹੁਣ ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਇਹਨਾਂ ਹਾਣੀਆਂ ਤੋਂ ਵੱਧ ਕਰਕੇ ਘੋੜੇ ਤੇ ਸਜ ਕਰਕੇ ਮਹਾਰਾਜ ਇਹ ਸ਼ਿਕਾਰ ਦੀ ਜਿਹੜੀ ਖੇਡ ਹੈ ਉਹ ਖੇਡਦੇ ਹਨ। ਹੁਣ ਇੱਕ ਦਿਨ ਘੋਗਾ ਚਲੇ ਆਇਓ। ਫਿਰ ਇਸ ਵਿਦ ਕੁਝ ਦਿਨ ਜਿਹੜੇ ਲਖਨੌਰ ਬਤੀਤ ਹੋਏ ਤੇ ਉਸ ਤੋਂ ਉਪਰੰਤ ਫਿਰ ਇੱਕ ਦਿਨ ਇਸ ਇਲਾਕੇ ਦਾ ਜਿਹੜਾ ਪੁਰਾਣਾ ਮਸੰਦ ਹੈ, ਘੋਗਾ ਮਸੰਦ ਹੈ, ਉਹ ਫਿਰ ਚੱਲ ਕੇ ਆ ਗਿਆ। ਇਹਦਾ ਪਿੱਛੇ ਵੀ ਜ਼ਿਕਰ ਆਇਆ ਸੀ, ਇਹ ਮਹਾਰਾਜ ਜੀ ਵੱਲੋਂ ਥਾਪਿਆ ਹੋਇਆ ਇਸ ਇਲਾਕੇ ਦਾ ਮਸੰਦ ਸੀ, ਲੇਕਿਨ ਮਹਾਰਾਜ ਜੀ ਕੀ ਬਖਸ਼ਿਸ਼ ਭਾਵ ਜਿਸ ਵਿਦ ਮਹਾਰਾਜ ਨੇ ਇਸ ਨੂੰ ਸੇਵਾ ਦਿੱਤੀ ਇਹ ਠੀਕ ਢੰਗ ਨਾਲ ਨਿਭਾ ਨਹੀਂ ਸਕਿਆ, ਮਨ ਕਰਕੇ ਲੋਭੀ ਹੋ ਗਿਆ, ਕਿਰਦਾਰ ਪੱਖੋਂ ਵੀ ਠੀਕ ਨਾ ਰਿਹਾ। ਸੋ ਫਿਰ ਮਹਾਰਾਜ ਜੀਆਂ ਨੇ ਇਸ ਨੂੰ ਮੂੰਹ ਨਹੀਂ ਲਾਇਆ। ਹੁਣ ਜਿਸ ਵਕਤ ਮਹਾਰਾਜ ਗੁਰੂ ਗੋਬਿੰਦ ਸਿੰਘ ਜੀ ਇਸ ਸਥਾਨ ਤੇ ਆਏ ਹਨ, ਵਾਰ-ਵਾਰ ਮਿੰਨਤੀਆਂ ਕਰਦਾ, ਮਹਾਰਾਜ ਇੱਕ ਵਾਰ ਮੇਰੇ ਗ੍ਰਹਿ ਵਿਖੇ ਚਰਨ ਪਾਓ, ਮੈਂ ਆਪ ਜੀਆਂ ਤੋਂ ਪਿਛਲੇ ਸਮੇਂ ਅਨੁਸਾਰ ਜੋ ਗਲਤੀ ਕੀਤੀ ਹੈ ਉਹਦੀ ਭੁੱਲ ਬਖਸ਼ਾਉਣੀ ਹੈ।
ਅੱਜ ਕੁਝ ਦਿਨਾਂ ਤੋਂ ਬਾਅਦ ਫਿਰ ਇਹ ਚੱਲ ਕਰਕੇ ਮਹਾਰਾਜ ਜੀ ਕੇ ਪਾਸ ਆਉਂਦਾ ਹੈ ਜੀ। ਲੈ ਚਲ ਕੇ ਹਿਤ ਬਾਕ ਅਲਾਇਓ। ਫਿਰ ਆ ਕਰਕੇ ਇਸ ਨੇ ਪਹਿਲੇ ਵਾਤੀ ਮਹਾਰਾਜ ਜੀ ਕੇ ਚਰਨਾਂ ਵਿੱਚ ਬੇਨਤੀ ਕੀਤੀ, ਮਹਾਰਾਜ ਅੱਜ ਤੇ ਆਪ ਜੀਆਂ ਨੂੰ ਮੈਂ ਆਪਣੇ ਗ੍ਰਹਿ ਵਿਖੇ ਲੈ ਕੇ ਹੀ ਜਾਣਾ ਹੈ। ਚਾਹਤ ਹਿਰਦੇ ਅਵਗਿਆ ਹੋਈ। ਮਹਾਰਾਜ ਪੁਰਾਣੇ ਸਮੇਂ ਆਪ ਜੀਓ ਕੇ ਘਰ ਦੀ ਸੇਵਾ ਕਰਦਿਆਂ ਹੋਇਆਂ ਹੀ ਮੇਰੇ ਤੋਂ ਕੋਈ ਅਵਗਿਆ ਹੋਈ ਹੈ, ਤੇ ਜੋ ਹੋਈ ਹੈ ਮਹਾਰਾਜ ਵੀ ਜਾਣਦੇ ਹਨ। ਖਾਸ ਕਰ ਮਾਤਾ ਨਾਨਕੀ ਜੀ, ਮਾਤਾ ਗੁਜਰ ਕੌਰ ਜੀ ਹੋਰਾਂ ਨੂੰ ਸਭ ਪਤਾ ਹੈ। ਸੋ ਜਿਹੜੀ ਅਵਗਿਆ ਹੋਈ ਹੈ ਉਹ ਅਵਗਿਆ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਤੋਂ ਬਖਸ਼ਾਉਣ ਦੇ ਲਈ ਸੇਵਾ ਕਰ ਬਖਸ਼ਾਵੋ ਸੋਈ। ਹੁਣ ਇਸ ਦੀ ਦਿਲੇ ਇੱਛਾ ਇਹ ਹੈ ਕਿ ਮਹਾਰਾਜ ਜੀ ਕੀ ਸੇਵਾ ਕਰਕੇ ਤੇ ਜੋ ਮੈਂ ਗਲਤੀ ਕੀਤੀ ਹੈ ਮਹਾਰਾਜ ਜੀਆਂ ਤੋਂ, ਉਹ ਜੋ ਭੁੱਲ ਮੇਰੇ ਤੋਂ ਹੋਈ ਹੈ ਉਹ ਬਖਸ਼ਾ ਲਵਾਂ ਜੀ। ਵਿਚਰਤ ਵਹਿਰ ਮਿਲਿਓ ਸਤਿਗੁਰ ਕੋ। ਇਦਾਂ ਹੀ ਪਹਿਲੇ ਆਇਆ ਸੀ ਤੇ ਮਹਾਰਾਜ ਨੇ ਕਿਹਾ ਸੀ ਅਜੇ ਕੁਝ ਸਮਾਂ ਹੋਰ ਲੱਗੇਗਾ, ਉਸ ਤੋਂ ਬਾਅਦ ਫਿਰ ਵਿਚਾਰਾਂਗੇ। ਅੱਜ ਫਿਰ ਇਸ ਪਾਸੇ ਵੱਲ ਵਿਚਰਦਾ ਹੋਇਆ ਮਹਾਰਾਜ ਸੱਚੇ ਪਾਤਸ਼ਾਹ ਜੀ ਕੀ ਹਾਜ਼ੂਰੀ ਅੰਦਰ ਪਹੁੰਚਦਾ ਹੈ। ਬੰਦਤ ਭਣਿਓ ਮਨੋਰਥ ਉਰ ਕੋ। ਜਿਸ ਵਕਤ ਮਹਾਰਾਜ ਜੀ ਕੀ ਹਾਜ਼ੂਰੀ ਅੰਦਰ ਆਇਆ, ਆ ਕੇ ਪ੍ਰਥਮ ਮਹਾਰਾਜ ਕੋ ਨਮਸਕਾਰ ਕੀਤੀ। ਉਸ ਤੋਂ ਉਪਰੰਤ ਫਿਰ ਆਪਣੇ ਜੋ ਹਿਰਦੇ ਦਾ ਮਨੋਰਥ ਹੈ ਮਹਾਰਾਜ ਸੱਚੇ ਪਾਤਸ਼ਾਹ ਜੀ ਕੇ ਸਨਮੁਖ ਖੜਾ ਹੋ ਕਰਕੇ ਵਚਨ ਕਰਦਾ ਹੈ। ਸੁੰਦਰ ਸਦਨ ਬਣੇ ਬੋ ਮੇਰੇ। ਕਹਿਣ ਲੱਗਾ ਗਰੀਬ ਨਿਵਾਸ ਸਤਿਗੁਰੂ, ਮੈਂ ਆਪ ਜੀਓ ਕੀ ਬਖਸ਼ਿਸ਼ ਸਦਕਾ ਨਵਾਂ ਘਰ ਦੀ ਉਸਾਰੀ ਕੀਤੀ ਹੈ, ਨਵੇਂ ਘਰ ਸੋਹਣੇ ਮਕਾਨ ਬਣਾਏ ਹਨ। ਬਸ ਹੋ ਆਪ ਲਿਓ ਪੂਰਬ ਹੇਰੇ। ਤੇ ਮੇਰੀ ਇਹ ਇੱਛਾ ਹੈ ਕਿ ਉਹਨਾਂ ਮਕਾਨਾਂ ਦੇ ਅੰਦਰ, ਉਸ ਘਰ ਦੇ ਅੰਦਰ ਵਸੋਂ ਕਰਨ ਤੋਂ ਪਹਿਲਾਂ ਪ੍ਰਥਮ ਆਪ ਜੀ ਕੇ ਮੁਬਾਰਕ ਚਰਨ ਪਵਾ ਲਏ ਜਾਣ। ਆਪ ਕਿਰਪਾ ਕਰੋ, ਇੱਕ ਵਾਰ ਇਹ ਸੇਵਕ ਦੇ ਸੰਗ ਮੇਰੇ ਨਗਰ ਨਨਹੇੜੀ ਨਗਰ ਦਾ ਇਹ ਵਸਣ ਵਾਲਾ ਹੈ, ਮੇਰੇ ਗ੍ਰਹਿ ਵਿਖੇ ਚੱਲੋ, ਮੁਬਾਰਕ ਚਰਨ ਪਾਓ, ਫਿਰ ਉਸ ਤੋਂ ਬਾਅਦ ਅਸੀਂ ਵਸੋ ਕਰਨੀ ਹੈ। ਪਾਵਨ ਕਰੋ ਕਾਮਨਾ ਮੋਹੀ। ਮੇਰੀ ਇਹ ਇੱਛਾ ਹੈ ਜੇ ਕਿਤੇ ਆਪ ਬਖਸ਼ਿਸ਼ ਕਰੋ, ਮੇਰੀ ਇਹ ਜਿਹੜੀ ਕਾਮਨਾ ਹੈ ਇਸ ਦੀ ਪੂਰਤੀ ਕਰ ਦਿਓ ਜੀ। ਕਈ ਬਾਰ ਪਖਿਓ ਡਿਗ ਹੋਈ। ਇਸ ਤੋਂ ਪਹਿਲਾਂ ਵੀ ਮਹਾਰਾਜ ਸੱਚੇ ਪਾਤਸ਼ਾਹ ਜੀ ਉਹ ਆਪ ਜੀ ਕੇ ਪਾਸ ਮੈਂ ਕਈ ਵਾਰ ਆਇਆ ਤੇ ਆਪ ਜੀ ਕੇ ਚਰਨਾਂ ਅੰਦਰ ਇਹ ਬੇਨਤੀ ਕੀਤੀ ਹੈ। ਸੁਣ ਕਿਰਪਾਲ ਸੋ ਕਰਿਓ ਪ੍ਰਕਾਸ਼। ਮਹਾਰਾਜ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਇਹਦੀ ਬੇਨਤੀ ਨੂੰ ਸੁਣਦੇ ਹਨ ਤੇ ਫਿਰ ਆਪਣੇ ਸਾਥ ਬੈਠੇ ਮਾਮਾ ਕਿਰਪਾਲ ਚੰਦ ਜੀ ਹੋਰਾਂ ਦੇ ਨਾਲ ਕੁਝ ਬਾਤ ਕਰ ਰਹੇ ਹਨ। ਇੱਕ ਦਿਨ ਚਲੀਐ ਇਸੈ ਆਵਾਸ। ਮਹਾਰਾਜ ਕਹਿਣ ਲੱਗੇ ਮਾਮਾ ਕਿਰਪਾਲ ਚੰਦ ਜੀ ਨੂੰ ਇਸ਼ਾਰਾ ਕਰਕੇ ਕਿ ਮਾਮਾ ਜੀ, ਇਹਨਾਂ ਨੇ ਸਾਨੂੰ ਪਹਿਲਾਂ ਵੀ ਬੇਨਤੀ ਕੀਤੀ ਹੈ, ਅੱਜ ਫਿਰ ਕਹਿ ਰਹੇ ਹਨ ਇੱਕ ਦਿਨ ਵਿਸ਼ੇਸ਼ ਸਮਾਂ ਕੱਢੋ ਤੇ ਇਹਨਾਂ ਦੇ ਨਗਰ ਜਾ ਕਰਕੇ, ਇਹਨਾਂ ਦੇ ਗ੍ਰਹਿ ਵਿਖੇ ਜਾ ਕਰਕੇ ਚਰਨ ਪਾਉਂਦੇ ਹਾਂ। ਆਛੀ ਬਾਤ ਪ੍ਰਬਾਤ ਪਿਆਨੋ। ਆਛੀ ਬਾਤ ਭਾਵ ਜੇ ਸਮਾਂ ਬਣ ਜਾਏ, ਉਚਿਤ ਸਮਾਂ ਬਣ ਜਾਏ ਤੇ ਆਪਾਂ ਕੱਲ ਸਵੇਰੇ ਹੀ ਇਹਨਾਂ ਦੇ ਨਗਰ ਵਿਖੇ ਜਾ ਕਰਕੇ ਗ੍ਰਹਿ ਵਿਖੇ ਚਰਨ ਪਾ ਆਉਂਦੇ ਹਾਂ। ਇਮ ਕਹਿ ਤਿਸ ਕੋ ਰਾਖਨ ਠਾਨੋ। ਇਸ ਵਿਦਨਾ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਨੇ ਇਸ ਘੋਗੇ ਮਸੰਦ ਨੂੰ ਕਿਹਾ ਕਿ ਭਾਈ ਪੁਰਖਾ ਅੱਜ ਤੂੰ ਇੱਥੇ ਸਾਡੇ ਗ੍ਰਹਿ ਵਿਖੇ ਠਹਿਰ ਜਾ, ਕੱਲ ਨੂੰ ਪ੍ਰਭਾਤ ਹੁੰਦਿਆਂ ਹੀ ਅਸੀਂ ਤੇਰੇ ਨਾਲ ਚੱਲਾਂਗੇ ਤੇ ਜੋ ਤੇਰੀ ਇੱਛਾ ਹੈ ਤੇਰੇ ਗ੍ਰਹਿ ਵਿਖੇ ਕੁਝ ਸਮਾਂ ਟਿਕ ਕਰਕੇ ਤੇਰੀ ਭਾਵਨਾ ਨੂੰ ਪੂਰੇ ਕਰਾਂਗੇ ਜੀ। ਕਰ ਮਸਲਤ ਨਿਸ ਮੈਂ ਬਿਸਰਾਮੇ। ਫਿਰ ਜਿਸ ਵਿਦ ਸਾਰੀ ਵਿਚਾਰ ਹੋ ਗਈ, ਮਹਾਰਾਜ ਕਾ ਹੁਕਮ ਮਿਲ ਗਿਆ, ਰਾਤਰੀ ਨੂੰ ਵਿਸ਼ਰਾਮ ਜਿਹੜਾ ਘੋਗਾ ਮਸੰਦ ਹੈ ਮਹਾਰਾਜ ਜੀ ਕੇ ਗ੍ਰਹਿ ਵਿਖੇ ਹੀ ਕਰਦਾ ਹੈ। ਹੋਰ ਜੀਨ ਹੈ ਪਾਏ ਪਿਰਾਮੇ। ਮਹਾਰਾਜ ਸੱਚੇ ਪਾਤਸ਼ਾਹ ਜੀਆਂ ਨੇ ਵੀ ਵਿਸ਼ਰਾਮ ਕੀਤਾ ਹੈ। ਫਿਰ ਜਿਵੇਂ ਅਗਲਾ ਦਿਨ ਚੜਿਆ, ਮਹਾਰਾਜ ਨੇ ਆਪਣੇ ਨੇਮ ਤੋਂ ਉਪਰੰਤ ਆਪਣੇ ਘੋੜੇ ਨੂੰ ਤਿਆਰ ਕਰਵਾਇਆ, ਕਾਠੀ ਆਦਿਕ ਲਗਾਮ ਆਦਿਕ ਪਾ ਕਰਕੇ ਆਪ ਵੀ ਤਿਆਰੀ ਕੀਤੀ ਹੈ। ਮਿਸ ਅਖੇਰ ਕੇ ਚੜੇ ਗੁਸਾਈ। ਤੇ ਜਿਵੇਂ ਰੋਜ਼ਾਨਾ ਸ਼ਿਕਾਰ ਖੇਡਣ ਦੇ ਲਈ ਮਹਾਰਾਜ ਸੱਚੇ ਪਾਤਸ਼ਾਹ ਯੁੱਧ ਵਿਦਿਆ ਦੇ ਅਭਿਆਸ ਲਈ ਜੰਗਲ ਵੱਲ ਨੂੰ ਜਾਂਦੇ ਹਨ, ਅੱਜ ਵੀ ਆਪਣੀ ਮੌਜ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਜੀ ਚੜੇ ਹਨ। ਸੰਗ ਕਿਰਪਾਲ ਦਾਸ ਸਮਧਾਈ। ਮਹਾਰਾਜ ਸੱਚੇ ਪਾਤਸ਼ਾਹ ਜੀ ਕੇ ਸੰਗ ਕੁਝ ਸੇਵਕ ਹਨ, ਸਿੱਖ ਹਨ ਤੇ ਨਾਲ ਹੀ ਮਹਾਰਾਜ ਜੀ ਕੇ ਮਾਮਾ ਕਿਰਪਾਲ ਚੰਦ ਜੀ ਉਹ ਵੀ ਜਾ ਰਹੇ ਹਨ। ਘੋਗੇ ਕੋ ਕਰ ਲੀਨ ਅਗਾਰੀ। ਤੇ ਨਾਲ ਮਹਾਰਾਜ ਨੇ ਕਹਿ ਦਿੱਤਾ ਹੈ ਕਿ ਭਾਈ ਘੋਗੇ ਮਸੰਦਾ ਅੱਜ ਤੇਰੇ ਨਗਰ ਵੀ ਅਸੀਂ ਨੇ ਜਾ ਕਰਕੇ ਆਉਣਾ ਹੈ, ਤੁਸੀਂ ਤਿਆਰੀ ਕਰ ਲਓ, ਅੱਗੇ ਚੱਲੋ।
ਤਾਂ ਜੋ ਅਸੀਂ ਆਪਣਾ ਜਿਹੜਾ ਸ਼ਿਕਾਰ ਦਾ ਜਿਹੜਾ ਅਭਿਆਸ ਹੈ ਉਹ ਕਰਨੋਂ ਉਪਰੰਤ ਫਿਰ ਤੁਹਾਡੇ ਘਰ ਵਿਖੇ ਆਵਾਂਗੇ। ਪਹੁੰਚ ਨਨੇੜੀ ਗ੍ਰਾਮ ਮਜਾਰੀ। ਤੇ ਘੋਗੇ ਮਸੰਦ ਨੂੰ ਕਹਿ ਦਿੱਤਾ ਤੁਸੀਂ ਆਪਣੇ ਨਗਰ ਨਨੇੜੀ ਗ੍ਰਾਮ ਵਿਖੇ ਨਗਰ ਵਿਖੇ ਪਹੁੰਚ ਜਾਓ ਜੀ। ਹੈ ਪਰ ਚੜੇ ਖਰੇ ਤੈ ਥੀਏ। ਮਹਾਰਾਜ ਸੱਚੇ ਪਾਤਸ਼ਾਹ ਜੀ ਆਪਣੇ ਸ਼ਿੰਗਾਰੇ ਹੋਏ ਘੋੜੇ ਦੇ ਉੱਪਰ ਚੜ੍ਹ ਗਏ ਸਨ ਤੇ ਹੁਣ ਆਪਣੇ ਸ਼ਿਕਾਰ ਵੱਲ ਨੂੰ ਚੱਲਣ ਦੇ ਲਈ ਤਿਆਰੀ ਕਰ ਰਹੇ ਹਨ। ਬੰਦਤ ਨਰ ਸਤਿਗੁਰ ਡਿਗ ਆਏ। ਉਸੇ ਵਕਤ ਹੀ ਕੁਝ ਸੰਗਤ ਦੇ ਮਨੁੱਖ ਨੇ, ਨਗਰ ਦੇ ਮਨੁੱਖ ਨੇ, ਜਿਹੜੇ ਕਿ ਦਰਸ਼ਨ ਕਰਨ ਦੇ ਲਈ ਮਹਾਰਾਜ ਜੀ ਕੇ ਪਾਸ ਆ ਗਏ। ਮਹਾਰਾਜ ਘੋੜੇ ਤੇ ਹੀ ਦਰਸ਼ਨ ਦਿੰਦੇ ਹਨ। ਜਿਸ ਵਕਤ ਮਹਾਰਾਜ ਜੀ ਕੀ ਹਜ਼ੂਰੀ ਵਿੱਚ ਆਏ, ਮਨੋਰਥ ਪ੍ਰਗਟ ਕੀਤਾ, ਦਰਸ਼ਨ ਕਰਨ ਆਏ ਆ, ਮਹਾਰਾਜ ਨੇ ਇਹਨਾਂ ਨੂੰ ਦਰਸ਼ਨ ਦਿੱਤੇ, ਆਸੀਸ ਪ੍ਰਾਪਤ ਕੀਤੀ ਹੈ ਜੀ। ਇਕ ਨੇ ਹੋਏ ਸਮੀਪ ਬਤਾਈ। ਇੱਕ ਨੇ ਹੋकर के समीप पास आकर के महाराज सच्चे पातशाह जियों के साथ कुछ बात कीती है। ਇਸ ਘੋਗੇ ਅਸ ਕੀਨ ਖੁਟਾਈ। ਤੇ ਮਹਾਰਾਜ ਜੀਆਂ ਨੂੰ ਦੱਸਿਆ ਕਿ ਮਹਾਰਾਜ ਜਿਸ ਮਸੰਦ ਦੇ ਗ੍ਰਹਿ ਵਿਖੇ ਆਪ ਜੀਆਂ ਨੇ ਅੱਜ ਜਾਣਾ ਹੈ, ਅਸਲ ਵਿੱਚ ਕੁਝ ਸਮਾਂ ਪਹਿਲਾਂ ਜਿਸ ਵਕਤ ਗੁਰੂ ਤੇਗ ਬਹਾਦਰ ਜੀ ਮਹਾਰਾਜ ਇਸ ਇਲਾਕੇ ਵਿੱਚ ਵਿਚਰ ਰਹੇ ਸਨ, ਉਸ ਵਕਤ ਇਸ ਨੇ ਮਹਾਰਾਜ ਜੀ ਕੇ ਨਾਲ ਖੁਟਿਆਈ ਵਾਲੇ ਕਾਰਜ ਕੀਤੇ ਨੇ। ਜਿਹੜੀ ਸੇਵਾ ਮਹਾਰਾਜ ਨੇ ਇਸ ਨੂੰ ਦਿੱਤੀ ਸੀ ਨਾ, ਇਹ ਗੁਰੂ ਮਰਿਆਦਾ ਅਨੁਸਾਰ ਉਸ ਸੇਵਾ ਵਿੱਚ ਪੂਰਾ ਨਹੀਂ ਉਤਰ ਸਕਿਆ। ਇਸ ਨੇ ਲੋਭ ਕਰਕੇ ਮਹਾਰਾਜ ਜੀ ਕੇ ਘਰ ਦੇ ਧਨ ਦਾ ਵੀ ਗਲਤ ਵਰਤੋਂ ਕੀਤੀ ਹੈ, ਕਿਰਦਾਰ ਪੱਖੋਂ ਵੀ ਇਹ ਪੂਰਾ ਨਹੀਂ ਉਤਰਿਆ। ਸੋ ਇਸ ਵੇਲੇ ਇਹ ਇਸ ਦੀ ਖੁਟਿਆਈ ਹੈ ਜੀ। ਸੁਨਤ ਰਿਸੇ ਤ ਛਿਨ ਹਟਿਆਏ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜਿਸ ਵਕਤ ਸਾਰੀ ਵਿਥਿਆ ਸੁਣੀ ਆਏ ਹੋਏ ਸਿੱਖ ਤੋਂ ਮਹਾਰਾਜ ਨੇ ਕਹਿ ਦਿੱਤਾ ਕਿ ਨਹੀਂ, ਹੁਣ ਨਹੀਂ। ਕਹਿ ਦਿਓ ਘੋਗੇ ਨੂੰ ਕਿ ਜੇਕਰ ਉਸਨੇ ਉਸ ਵਕਤ ਇਹ ਸਭ ਕੀਤਾ ਹੈ ਤੇ ਅਸੀਂ ਹੁਣ ਉਹਨਾਂ ਦੇ ਗ੍ਰਹਿ ਵਿਖੇ ਨਹੀਂ ਆਵਾਂਗੇ। ਦਿਓ ਸਰਾਪਿਸ ਬੰਸ ਨਸਾਏ। ਤੇ ਜੇਕਰ ਇਸਨੇ ਗੁਰੂ ਮਰਿਆਦਾ ਦੇ ਉਲਟ ਮਹਾਰਾਜ ਸੱਚੇ ਪਾਤਸ਼ਾਹ ਜੀ ਕੇ ਘਰ ਨਾਲ ਖੁਟਿਆਈ ਕੀਤੀ ਹੈ ਤੇ ਫਿਰ ਇਹਦਾ ਫਲ ਵੀ ਇਸ ਨੂੰ ਭੁਗਤਣਾ ਪੈਣਾ ਹੈ। ਕਿਉਂਕਿ ਜੋ ਸੰਗਤ ਦਾ ਧਨ ਲੋਭ ਕਰਕੇ ਨੇ ਆਪਣੇ ਅਰਥਾਂ ਵਿੱਚ ਵਰਤਿਆ, ਸੋ ਉਹ ਜਿਹੜਾ ਕਰਮ ਇਸ ਨੇ ਕੀਤਾ ਹੈ ਉਸ ਦਾ ਵੀ ਫਲ ਇਸ ਨੂੰ ਨਿਸ਼ਚੈ ਮਿਲਣਾ ਹੈ ਜੀ। ਮਗ ਚਲ ਪਹੁੰਚੇ ਨਗਰ ਅੰਬਾਲੇ। ਫਿਰ ਸਤਿਗੁਰੂ ਜੀਆਂ ਨੇ ਆਪਣਾ ਜਿਹੜਾ ਮਨੋਰਥ ਹੈ ਨਾ, ਮਹਾਰਾਜ ਜਿਵੇਂ ਨਨੇੜੀ ਨਗਰ ਦੇ ਵਿੱਚ ਜਾ ਰਹੇ ਸਨ, ਇੱਥੋਂ ਹੀ ਮਹਾਰਾਜ ਜੀਆਂ ਨੇ ਆਪਣਾ ਜਿਹੜਾ ਰਸਤਾ ਹੈ ਉਹ ਬਦਲ ਲਿਆ। ਮਾਮਾ ਕਿਰਪਾਲ ਚੰਦ ਜੀ ਹੋਰਾਂ ਨੂੰ ਕਿਹਾ ਕਿ ਹੁਣ ਅਸੀਂ ਨਨੇੜੀ ਨਹੀਂ ਜਾਵਾਂਗੇ, ਹੁਣ ਆਪ ਅੰਬਾਲੇ ਸ਼ਹਿਰ ਵਾਲੇ ਪਾਸੇ ਨੂੰ ਚੱਲੋ, ਜਿਹੜਾ ਅੱਜ ਅਸੀਂ ਮਹਾਰਾਜ ਜੀ ਕਿ ਉਹਨਾਂ ਇਲਾਕਿਆਂ ਵਿੱਚ ਸਥਾਨ ਵੇਖਦੇ ਆ ਨਾ। ਨਗਰ ਅੰਬਾਲੇ ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਉਸ ਪਾਸੇ ਵੱਲ ਨੂੰ ਚੱਲ ਪਏ ਹਨ। ਤਿਸ ਤੇ ਦੱਖਣ ਦਿਸ ਕੋ ਚਾਲੇ। ਤੇ ਆਪਣੇ ਨਗਰ ਤੋਂ ਅੰਬਾਲੇ ਵਾਲੇ ਪਾਸੇ ਦੱਖਣੀ ਦਿਸ਼ਾ ਵੱਲ ਨੂੰ ਮਹਾਰਾਜ ਸੱਚੇ ਪਾਤਸ਼ਾਹ ਜੀ ਚੱਲੇ ਹਨ। ਜਬੈ ਬਰੋਬਰ ਪੁਰ ਕੀ ਆਏ। ਤੇ ਜਿਵੇਂ ਜਿਵੇਂ ਮਹਾਰਾਜ ਸਫ਼ਰ ਕਰਦੇ ਹੋਏ ਅੰਬਾਲੇ ਸ਼ਹਿਰ ਦੇ ਬਰਾਬਰ ਉਸ ਸਥਾਨ ਤੇ ਪਹੁੰਚ ਗਏ ਸਨ। ਪਾਤਸ਼ਾਹੀ ਉਪਬਨ ਤਿਸ ਥਾਏ। ਤੇ ਉੱਥੇ ਅੰਬਾਲੇ ਨਗਰ ਦੇ ਨਾਲ ਹੀ ਇੱਕ ਵਿਸ਼ੇਸ਼ ਬਾਗ, ਜਿਸ ਨੂੰ ਪਾਤਸ਼ਾਹੀ ਉਪਬਨ ਜਾਂ ਅੱਜ ਵੀ ਆਪਾਂ ਬਾਦਸ਼ਾਹੀ ਬਾਗ ਕਹਿ ਦਿੰਦੇ ਹਾਂ। ਸੋ ਮਹਾਰਾਜ ਸੱਚੇ ਪਾਤਸ਼ਾਹ ਜੀ ਉਸ ਸਥਾਨ ਤੇ ਪਹੁੰਚੇ ਸਨ ਜਿਸ ਸਥਾਨ ਤੇ ਇਹ ਸੋਹਣਾ ਬਾਗ ਜਿਹੜਾ ਹੈ ਬਣਾਇਆ ਲੱਗਿਆ ਹੋਇਆ ਹੈ। ਕਰਿਓ ਬਿਲੋਕਨ ਤਰਵਰ ਨਿਕੇ। ਤੇ ਮਹਾਰਾਜ ਸੱਚੇ ਪਾਤਸ਼ਾਹ ਇਸ ਤੇ ਪਾਸ ਪਹੁੰਚ ਕਰਕੇ ਆਪ ਆਪਣੇ ਘੋੜੇ ਤੋਂ ਉਤਰੇ, ਕਿਉਂਕਿ ਸਤਿਗੁਰੂ ਜੀ ਦਾ ਕੁਦਰਤ ਦੇ ਨਾਲ ਬਹੁਤ ਪ੍ਰੇਮ ਹੈ। ਕੁਦਰਤ ਦੇ ਵਿੱਚੋਂ ਕਾਦਰ ਦੇ ਦਰਸ਼ਨ ਕਰਦੇ ਹਨ। ਤੇ ਜਦੋਂ ਕਿਤੇ ਕੋਈ ਐਸਾ ਵਿਸ਼ੇਸ਼ ਸਥਾਨ ਨੂੰ ਵੇਖਣ ਨੂੰ ਮਿਲਦਾ ਹੈ ਤੇ ਮਹਾਰਾਜ ਰੁਕ ਕਰਕੇ ਉਹ ਨਜ਼ਾਰੇ ਤੱਕਦੇ ਨੇ। ਇੱਥੇ ਵੀ ਭਾਈ ਸੰਤੋਖ ਸਿੰਘ ਸਾਹਿਬ ਜੀ ਜ਼ਿਕਰ ਕਰਦੇ ਹਨ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਆਪਣੇ ਘੋੜੇ ਤੋਂ ਉਤਰੇ, ਉਸ ਬਾਗ ਦੇ ਅੰਦਰ ਪ੍ਰਵੇਸ਼ ਕਰਦੇ ਹਨ ਜਿਹੜਾ ਕਿ ਅਤੀ ਸੁੰਦਰ। ਤੈਨੂੰ ਇਉਂ ਕਹਿ ਲਈਏ ਕੋਈ ਆਮ ਬਾਗ ਨਹੀਂ ਸੀ, ਇਹ ਸ਼ਾਹੀ ਬਾਗ ਹੈ। ਬਾਦਸ਼ਾਹ ਲੋਕ, ਵੱਡੇ ਲੋਕ, ਉਹਨਾਂ ਨੇ ਆਪ ਇਸ ਸਥਾਨ ਤੇ ਰੁਕਣ ਦੇ ਲਈ ਇਹ ਇੱਥੇ ਲਗਵਾਇਆ ਹੋਇਆ। ਸੋ ਮਹਾਰਾਜ ਸੱਚੇ ਪਾਤਸ਼ਾਹ ਜੀ ਉਸ ਬਾਗ ਵਿੱਚ ਜਾਂਦੇ ਹਨ ਤੇ ਉੱਥੇ ਵੰਨ ਸੁਵੰਨੇ ਜਿਹੜੇ ਰੁੱਖ ਹਨ ਜਾਂ ਪੌਦੇ ਫੁੱਲ ਆਦਿਕ ਹਨ ਉਹਨਾਂ ਨੂੰ ਨਿਹਾਰਦੇ ਹਨ। ਦੱਖਣ ਦਿਸ਼ਾ ਥਿਰੇ ਤਿਸ ਹੀਕੇ। ਇਸ ਬਾਗ ਦੇ ਵੀ ਦੱਖਣ ਦਿਸ਼ਾ ਵੱਲ ਹੀ ਜਾ ਕਰਕੇ ਮਹਾਰਾਜ ਜੀ ਠਹਿਰੇ ਹਨ। ਛੋਂ ਦਿਸ ਮੈਂ ਪਾਕੀ ਤਿਸ ਪੀਤ। ਚੌ ਦਿਸ ਮੈਂ ਪਾਕੀ ਤਿਸ ਭੀਕ। ਹੁਣ ਜਿਹੜਾ ਬਾਗ ਲੱਗਾ ਹੋਇਆ ਨਾ ਗੁਰਮੁਖੋ, ਇਹਦੇ ਚੁਗਿਰਦੇ ਇੱਕ ਪੱਕੀ ਦੀਵਾਰ ਜਿਹੜੀ ਹੈ ਉਸ ਸਮੇਂ ਲੱਗੀ ਹੋਈ ਹੈ, ਬਣਵਾਈ ਹੋਈ ਹੈ। ਜਿਨ੍ਹਾਂ ਨੇ ਬਾਗ ਲਗਵਾਇਆ ਹੈ
ਉਹਨਾਂ ਨੇ ਇਸ ਬਾਗ ਨੂੰ ਇਸ ਢੰਗ ਦੇ ਨਾਲ ਸੰਵਾਰਿਆ ਹੈ ਕਿ ਕੋਈ ਬਾਹਰੋਂ ਇਉਂ ਬਿਨਾਂ ਮਤਲਬ ਤੋਂ ਆ ਕਰਕੇ ਕੋਈ ਇਸ ਬਾਗ ਦੇ ਵਿੱਚ ਪ੍ਰਵੇਸ਼ ਨਾ ਕਰ ਸਕੇ ਜਾਂ ਇਹਦੇ ਅੰਦਰ ਕੋਈ ਨੁਕਸਾਨ ਨਾ ਕਰ ਸਕੇ। ਇਸ ਕਰਕੇ ਇਸ ਬਾਗ ਦੇ ਚੌਗਿਰਦੇ ਇੱਕ ਪੱਕੀ ਦੀਵਾਰ ਜਿਹੜੀ ਹੈ ਉਹ ਬਣੀ ਹੋਈ ਸੀ। ਠਾਂਡੇ ਤਾਹਾਂ ਬਾਜ ਕਰ ਲੀਤ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਪਣਾ ਘੋੜਾ ਵੀ ਰੋਕਿਆ, ਆਪ ਵੀ ਉਸ ਬਾਗ ਦੇ ਅੰਦਰ ਗਏ। ਕੁਝ ਸਮਾਂ ਇਸ ਸਥਾਨਪੁਰ ਮਹਾਰਾਜ ਰੁਕਦੇ ਹਨ। ਤਾਮਾ ਤਿਸੇ ਖੁਲਾਵਨ ਕਰੇ। ਤੇ ਮਹਾਰਾਜ ਜੀ ਨੇ ਇੱਥੇ ਆਪਣੇ ਬਾਜ ਨੂੰ ਵੀ ਭੋਜਨ ਖਵਾਇਆ ਹੈ, ਕਿਉਂਕਿ ਬਾਜ ਮਹਾਰਾਜ ਸੱਚੇ ਪਾਤਸ਼ਾਹ ਜੀ ਸ਼ਿਕਾਰ ਤੇ ਜਿਸ ਵਕਤ ਚੜ੍ਹਦੇ ਹਨ ਆਪਣੇ ਮੋਢੇ ਤੇ ਜਾਂ ਹੱਥ ਤੇ ਲੈ ਕੇ ਚੜ੍ਹਦੇ ਹਨ। ਘੋੜੇ ਤੇ ਮਹਾਰਾਜ ਸਫ਼ਰ ਕਰਦੇ ਹਨ। ਮਾਮਾ ਕਿਰਪਾਲ ਚੰਦ ਜੀ ਜਾਂ ਹੋਰ ਕੋਈ ਸਿੱਖ ਮਹਾਰਾਜ ਕੇ ਸੰਗ ਜਾਂਦੇ ਹਨ। ਸੋ ਇਸ ਸਥਾਨ ਤੇ ਮਹਾਰਾਜ ਕੁਛ ਵਕਤ ਇਸ ਬਾਗ ਵਿੱਚ ਠਹਿਰੇ ਹਨ ਤੇ ਉਸ ਵਕਤ ਆਪਣੇ ਬਾਜ ਨੂੰ ਮਹਾਰਾਜ ਜੀਆਂ ਨੇ ਇੱਥੇ ਸ਼ਿਕਾਰ ਕਰਵਾ ਭੋਜਨ ਵੀ ਕਰਵਾਇਆ ਹੈ ਜੀ। ਆਛੇ ਤ੍ਰਿਪਤਾਵੋ ਤੈ ਖਰੇ। ਮੁਸਕਰਾ ਕਰਕੇ ਉਹ ਕਹਿ ਦਿੱਤਾ ਸੀ ਭਾਵੇਂ ਕਿ ਬਾਜ ਇੱਕ ਪੰਛੀ ਹੈ, ਲੇਕਿਨ ਮਹਾਰਾਜ ਜੀ ਕੇ ਅੰਤਰਾਤਮੇ ਬਖਸ਼ਿਸ਼ ਹੈ। ਉਹ ਜੋ ਚਾਹਣ ਜਿਵੇਂ ਚਾਹਣ ਜਿਸ ਨਾਲ ਚਾਹਣ ਬਾਤ ਕਰ ਸਕਦੇ ਨੇ। ਮੁਸਕਰਾ ਕੇ ਕਹਿਣ ਲੱਗੇ ਕਿ ਭਾਈ ਤੂੰ ਆਪਣਾ ਭੋਜਨ ਪੂਰਾ ਕਰ ਲੈ, ਰੱਜ ਕੇ ਆਪਣਾ ਭੋਜਨ ਛਕ ਲੈ, ਤ੍ਰਿਪਤ ਹੋ ਜਾਓ। ਉਤਰੇ ਨਹੀਂ ਬੌਰ ਚਲ ਆਏ। ਫਿਰ ਬਹੁਤਾ ਸਮਾਂ ਗੁਰੂਦੇਵ ਇਸ ਸਥਾਨ ਤੇ ਨਹੀਂ ਰੁਕੇ। ਥੋੜਾ ਸਮਾਂ ਰੁਕਣ ਉਪਰੰਤ ਫਿਰ ਮਹਾਰਾਜ ਅੱਗੇ ਚੱਲਦੇ ਹਨ। ਸੰਧਿਆ ਪਈ ਪਾਨ ਅਸਤਾਏ। ਸੰਧਿਆ ਪਈ ਫਿਰ ਜਿਵੇਂ ਮਹਾਰਾਜ ਸਵੇਰ ਤੋਂ ਲੈ ਕਰਕੇ ਵੱਖ-ਵੱਖ ਥਾਵਾਂ ਤੇ ਵਿਚਰ ਰਹੇ ਸਨ। ਅੰਬਾਲਾ ਇਹ ਪਾਤਸ਼ਾਹੀ ਬਾਗ ਤੇ ਹੁੰਦੇ ਹੋਏ ਜਿਵੇਂ ਹੀ ਫਿਰ ਸੰਧਿਆ ਵੇਲਾ ਸ਼ਾਮਾਂ ਦਾ ਵੇਲਾ ਹੋਇਆ, ਸੂਰਜ ਅਸਤ ਹੋਣ ਲੱਗਾ, ਮਹਾਰਾਜ ਫਿਰ ਵਾਪਿਸ ਆਉਂਦੇ ਹਨ। ਤਬੈ ਆਨ ਪਹੁੰਚੇ ਲਖਨੌਰ। ਮਹਾਰਾਜ ਸੱਚੇ ਪਾਤਸ਼ਾਹ ਜੀ ਅੱਜ ਆਪਣੀ ਮੌਜ ਵਿੱਚ ਵਿਚਰਦੇ ਹੀ ਵਾਪਸ ਆਪਣੇ ਗ੍ਰਹਿ ਵਿਖੇ ਲਖਨੌਰ ਪਹੁੰਚ ਗਏ ਹਨ। ਬਿਸਰਾਮੇ ਸੋਢੀ ਸਿਰ ਮੋਰ। ਭਾਈ ਸੰਤੋਖ ਸਿੰਘ ਸਾਹਿਬ ਜੀ ਜ਼ਿਕਰ ਕਰਦੇ ਹਨ, ਸੋਢੀਆਂ ਦੇ ਸਿਰਮੌਰ ਸਤਿਗੁਰੂ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸੱਚੇ ਪਾਤਸ਼ਾਹ ਮਹਾਰਾਜ, ਜੋ ਕਿ ਆਪਣੇ ਨਿਜ ਗ੍ਰਹਿ ਵਿਖੇ ਲਖਨੌਰ ਦੀ ਧਰਤੀ ਤੇ ਆ ਕਰ ਆਸੀਨ ਹੋਏ ਹਨ। ਰਾਤਰੀ ਨੂੰ ਆਪਣੇ ਸੁਖਾਸਨ ਸਥਾਨਾਂ ਤੇ ਵਿਸ਼ਰਾਮ ਕਰ ਰਹੇ ਹਨ। ਇੱਕ ਦਿਨ ਬੌਰ ਚੜੇ ਚਲ ਗਏ। ਇਸੇ ਤਰ੍ਹਾਂ ਹੀ ਇੱਕ ਦਿਨ ਮਹਾਰਾਜ ਜੀ ਕੀ ਮੌਜ ਹੋਈ। ਫਿਰ ਇਸੇ ਤਰ੍ਹਾਂ ਮਹਾਰਾਜ ਆਪਣੇ ਘੋੜੇ ਤੇ ਚੜ੍ਹਦੇ ਹਨ। ਹੁਕਮ ਕੀਤਾ ਮਾਮਾ ਜੀ ਹੋਰਾਂ ਨੂੰ ਸਾਡਾ ਘੋੜਾ ਤਿਆਰ ਕਰਵਾਓ। ਨਾਲ ਕੁਝ ਸਿੱਖ ਲਏ ਤੇ ਅੱਜ ਫਿਰ ਪਹਿਲੇ ਵਕਤ ਮਹਾਰਾਜ ਸੱਚੇ ਪਾਤਸ਼ਾਹ ਜੀ ਕਿਸੇ ਪਾਸੇ ਵੱਲ ਚੜ੍ਹਾਈ ਕਰਦੇ ਹਨ। ਮਿਰਗਨ ਭਲਾਏ ਦੂਰ ਥਿਰ ਥੀਏ। ਤੇ ਜਿਵੇਂ ਮਹਾਰਾਜ ਜੰਗਲ ਵੱਲ ਨੂੰ ਤੁਰੇ ਤੇ ਕੀ ਵੇਖਦੇ ਹਨ ਵੀ ਕੁਝ ਦੂਰੀ ਤੇ ਮਿਰਗਾਂ ਦੀਆਂ ਡਾਰਾਂ ਜਿਹੜੀਆਂ ਹਨ ਉਹ ਖੜੀਆਂ ਹਨ, ਜੋ ਕਿ ਸਹਿਜ ਸਹਿਜ ਤੁਰ ਰਹੀਆਂ ਹਨ। ਗ੍ਰਾਮ ਪੁਸਥਲੇ ਕੋ ਵੱਢਦੇ। ਗ੍ਰਾਮ ਪੁਸਤਲੇ ਭਾਵ ਨਗਰ ਦੇ ਵੱਲ ਨੂੰ ਇਹ ਜਿਹੜੀ ਮਿਰਗਾਂ ਦੀ ਡਾਰ ਹੈ ਮਹਾਰਾਜ ਜਾ ਰਹੀ ਸੀ ਤੇ ਪਿੱਛੇ ਮਹਾਰਾਜ ਵੀ ਇਹ ਸਭ ਨਜ਼ਾਰਾ ਵੇਖ ਰਹੇ ਹਨ। ਠਾਂਡੇ ਪਏ ਜਾਏ ਦੁਖ ਗ੍ਰਹਿ। ਮਹਾਰਾਜ ਸੱਚੇ ਪਾਤਸ਼ਾਹ ਜੀ ਕੀ ਵੇਖਦੇ ਹਨ, ਨਗਰ ਦਾ ਨਾਮ ਵੀ ਭਾਈ ਸਾਹਿਬ ਜੀਆਂ ਨੇ ਦਿੱਤਾ ਹੈ ਪੁਸਤਲ। ਸੋ ਜਿਵੇਂ ਹੀ ਨਗਰ ਦੇ ਪਾਸ ਦੀ ਜਾ ਕਰਕੇ ਮਹਾਰਾਜ ਇਹ ਸਭ ਦੇਖਦੇ ਹਨ। ਕੇਤਕ ਸਮਾ ਜਬ ਖਰੇ ਬਿਤਾਇਓ। ਮਹਾਰਾਜ ਜੀ ਨਗਰ ਵਿੱਚ ਤੇ ਨਹੀਂ ਪ੍ਰਵੇਸ਼ ਕਰਦੇ, ਲੇਕਿਨ ਇਸ ਨਗਰ ਦੇ ਬਾਹਰ ਹੀ ਖੜੇ ਹੋ ਕਰਕੇ ਤੇ ਉਸ ਇਲਾਕੇ ਵੱਲ ਨੂੰ ਨਿਹਾਰ ਰਹੇ ਹਨ। ਜੰਗਲ ਦਾ ਇਲਾਕਾ ਜਿਸ ਥਾਂ ਤੇ ਮਿਰਗ ਵੇਖਣ ਨੂੰ ਮਿਲ ਰਹੇ ਨੇ, ਭਾਵ ਉਹ ਕਿਸ ਪਾਸੇ ਜਾਂਦੇ ਨੇ, ਕਿਵੇਂ ਜਾਂਦੇ ਨੇ, ਉਹ ਸਭ ਨਜ਼ਾਰਾ ਮਹਾਰਾਜ ਆਪਣੀਆਂ ਨੇਤਰਾਂ ਦੇ ਨਾਲ ਤੱਕ ਰਹੇ ਸਨ। ਲੂਖੀ ਤੇ ਇੱਕ ਰੰਗੜ ਆਇਓ। ਲੂਖੀ ਵੀ ਇੱਕ ਨਗਰ ਦਾ ਨਾਮ ਹੈ ਜਿਹੜਾ ਇਹ ਪਸਤਲੇ ਤੋਂ ਕੁਝ ਕੋਹ ਦੀ ਦੂਰੀ ਤੇ ਪੈਂਦਾ ਹੈ। ਸੋ ਉਸ ਇਲਾਕੇ ਦੇ ਵੱਲੋਂ ਵੀ ਇੱਕ ਰੰਗੜ ਸਰਦਾਰ ਜਿਹੜਾ ਹੈ ਉਹ ਵੀ ਆ ਰਿਹਾ ਹੈ ਜੀ। ਵਿਚਰਤ ਹਿਤ ਸਿਕਾਰ ਕੇ ਜਾਈ। ਤੇ ਉਹਦਾ ਵੀ ਮਨੋਰਥ ਇਹ ਹੈ ਵੀ ਇਸ ਜੰਗਲ ਦੇ ਵਿੱਚੋਂ ਕੋਈ ਨਾ ਕੋਈ ਜੀਵ ਦਾ ਸ਼ਿਕਾਰ ਕੀਤਾ ਜਾਏ। ਸੋ ਉਹ ਵੀ ਆਪਣੇ ਮਨੋਰਥ ਨੂੰ ਲੈ ਕਰਕੇ ਇਸ ਜੰਗਲ ਵਿੱਚ ਆ ਰਿਹਾ ਤੇ ਹਿਰਨ ਦਾ ਸ਼ਿਕਾਰ ਕਰਨ ਦੇ ਲਈ ਉਹ ਵੀ ਬਹੁਤ ਉਤਾਵਲਾ ਹੈ। ਇਧਰ ਧੰਨ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਜੋ ਕਿ ਆਪ ਹਾਲੀ ਜੰਗਲ ਦੇ ਵਿੱਚ ਨਹੀਂ ਪ੍ਰਵੇਸ਼ ਕੀਤੇ, ਲੇਕਿਨ ਦੂਰ ਖੜੇ ਹੋ ਕਰਕੇ ਇਹ ਸਾਰਾ ਨਜ਼ਾਰਾ ਮਹਾਰਾਜ ਆਪਣੀਆਂ ਨੇਤਰਾਂ ਨਾਲ ਵੇਖ ਰਹੇ ਹਨ। ਹਿਰਨ ਵੀ ਚੱਲ ਰਹੇ ਨੇ, ਉਧਰੋਂ ਜਿਹੜਾ ਰੰਗੜ ਸਰਦਾਰ ਹੈ ਉਹ ਵੀ ਨਜ਼ਦੀਕ ਪਹੁੰਚ ਰਿਹਾ ਹੈ। ਇਧਰੋਂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇਤਰਾਂ ਦੇ ਨਾਲ ਨਜ਼ਾਰਾ ਦੇਖ ਰਹੇ ਹਨ। ਤਿਸਕੇ ਸੰਗ ਹੋ ਤੋ ਇੱਕ ਨਾਈ। ਤੇ ਉਹ ਜਿਹੜਾ ਰੰਗੜ ਸਰਦਾਰ ਆ ਰਿਹਾ ਹੈ ਉਹਦੇ ਨਾਲ ਇੱਕ ਉਹਦਾ ਹੋਰ ਅਹਿਲਕਾਰ ਨਾਈ ਜਿਹੜਾ ਹੈ ਉਹ ਵੀ ਮਹਾਰਾਜ ਸੱਚੇ ਪਾਤਸ਼ਾਹ ਜੀਓ ਕੇ ਵੱਲ ਨੂੰ ਦੋਨੋਂ ਚੱਲ ਰਹੇ ਹਨ। ਗੁਰੂ
ਪਛਾਨ ਆਨ ਪਗ ਨਯੋ। ਕਿ ਜਿਹੜਾ ਨਾਈ ਹੈ ਉਸ ਨੂੰ ਪਹਿਚਾਨ ਆ ਗਈ, ਉਸ ਨੂੰ ਪਤਾ ਲੱਗ ਗਿਆ ਕਿ ਇਹ ਕੋਈ ਆਮ ਮਨੁੱਖ ਨਹੀਂ ਨੇ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨੇ, ਗੁਰੂ ਤੇਗ ਬਹਾਦਰ ਮਹਾਰਾਜ ਜੀ ਕੇ ਸਪੁੱਤਰ। ਸੋ ਜਿਸ ਵੇ ਦੂਰੋਂ ਪਹਿਚਾਨ ਆਈ, ਫਿਰ ਉਹ ਆਪਣੇ ਮਨੋਰਥ ਸ਼ਿਕਾਰ ਦੀ ਬਾਤ ਨੂੰ ਛੱਡ ਕਰਕੇ ਤੇ ਮਹਾਰਾਜ ਜੀ ਕੇ ਪਾਸ ਆ ਰਹੇ ਹਨ। ਤਬ ਰੰਗਰ ਨੇ ਬੂਜਨ ਕਿਓ। ਤੇ ਜਿਸ ਵਕਤ ਇਹ ਜਿਹੜਾ ਨਾਈ ਮਨੁੱਖ ਦੇ ਨਾਲ ਹੈ ਦਾ ਐਲਕਾਰ, ਜਿਵੇਂ ਮਹਾਰਾਜ ਜੀ ਕੀ ਪਹਿਚਾਨ ਕਰਕੇ ਤੇ ਦੌੜ ਪਿਆ ਵੀ ਪਹਿਲੇ ਮੈਂ ਦਰਸ਼ਨ ਕਰਨੇ ਹਨ, ਉਸੇ ਵੇਲੇ ਇਹਦੇ ਸਰਦਾਰ ਜਿਹੜਾ ਰੰਗੜ ਸਰਦਾਰ ਹੈ ਉਸਨੇ ਪੁੱਛਿਆ ਹੈ, ਉਸਨੂੰ ਪੁੱਛ ਕੀਤੀ ਹੈ ਕਿ ਭਾਈ ਕਿੱਧਰ ਨੂੰ ਜਾ ਰਿਹਾ ਹੈ, ਕਿਹਦੇ ਪਾਸ ਜਾ ਰਿਹਾ, ਮੈਨੂੰ ਛੱਡ ਕੇ ਤੂੰ ਕਿਸ ਪਾਸੇ ਵੱਲ ਕਿਵੇਂ ਜਾ ਰਿਹਾ ਹੈ ਜੀ। ਕਿਸ ਕੋ ਬਾਲਕ ਸਹਿਤ ਪ੍ਰਤਾਪੂ। ਤੇ ਨਾਲ ਹੀ ਉਸਨੇ ਇਹ ਵੀ ਪੁੱਛਿਆ ਕਿ ਜਿਸ ਪੁਰਖ ਵੱਲ ਨੂੰ ਤੂੰ ਚੱਲਿਆ ਹੈ, ਇਹ ਜਿਹੜਾ ਪੁਰਖ ਸਾਹਮਣੇ ਦੇਖ ਰਿਹਾ ਹੈ ਕੌਣ ਹੈ, ਕਿਸ ਕੋ ਬਾਲਕ, ਇਹ ਕੌਣ ਹੈ। ਸਹਿਤ ਪ੍ਰਤਾਪੂ ਭਾਵ ਇਹ ਜਿਹੜਾ ਸਾਹਮਣੇ ਘੋੜੇ ਦੇ ਉੱਪਰ ਇੱਕ ਬੱਚਾ, ਭਾਵ ਛੋਟੀ ਉਮਰ ਦੇ ਸਨ ਮਹਾਰਾਜ ਉਸ ਵਕਤ, ਹੈਨ ਸ਼ਸਤਰਬੱਧ ਘੋੜੇ ਉੱਪਰ ਸੱਜੇ ਨੇ, ਸ਼ੀਸ਼ ਤੇ ਦਸਤਾਰ ਕਲਗੀ। ਸੋ ਇਹ ਜਿਹੜੇ ਬਾਲਕ ਇਸ ਘੋੜੇ ਦੇ ਉੱਪਰ ਸਾਹਮਣੇ ਬੈਠੇ ਹੋਏ ਸਾਨੂੰ ਨਜ਼ਰ ਆ ਰਹੇ ਨੇ, ਤੇ ਜਿਨ੍ਹਾਂ ਵੱਲ ਨੂੰ ਪੁਰਖਾ ਤੂੰ ਚੱਲਿਆ ਹੈ ਇਹ ਕੌਣ ਨੇ, ਇਹ ਕਿੱਥੋਂ ਦੇ ਰਹਿਣ ਵਾਲੇ ਨੇ। ਤੇ ਸਭ ਤੋਂ ਵੱਡੀ ਗੱਲ, ਇਹ ਕੋਈ ਪ੍ਰਤਾਪੀ ਪੁਰਖ ਨਜ਼ਰ ਆਉਂਦੇ ਨੇ। ਮਹਾਰਾਜ ਕੇ ਚਿਹਰੇ ਦੀ ਨੁਹਾਰ, ਮੁਖ ਦਾ ਜਿਹੜਾ ਪ੍ਰਤਾਪ ਹੈ। ਰੰਗੜ ਕਹਿਣ ਲੱਗਾ ਵੀ ਇਹ ਮੈਨੂੰ ਕੋਈ ਆਮ ਮਨੁੱਖ ਨਹੀਂ ਲੱਗਦੇ, ਇਹ ਕੋਈ ਵੱਡੇ ਪ੍ਰਤਾਪੀ, ਕੋਈ ਰਾਜੇ ਮਹਾਰਾਜੇ ਦੇ ਪੁੱਤਰ ਲੱਗਦੇ ਹਨ। ਰਾਜਨ ਕੇ ਸਮਾਨ ਬੜਦਾਪੂ। ਕਿਉਂਕਿ ਜਿਵੇਂ ਇਹ ਘੋੜੇ ਦੇ ਉੱਪਰ ਸੱਜ ਕਰਕੇ ਸ਼ਸਤਰਬੱਧ ਹੋ ਕਰਕੇ ਖੜੇ ਹਨ, ਇਦਾਂ ਕੋਈ ਆਮ ਮਨੁੱਖ ਕਦੀ ਨਹੀਂ ਖੜਦਾ। ਇਹ ਤੇ ਕੋਈ ਨਾ ਕੋਈ ਕਿਸੇ ਨਾ ਕਿਸੇ ਰਾਜੇ ਮਹਾਰਾਜੇ ਦੇ ਸਪੂਤ ਹਨ, ਪੁੱਤਰ ਹਨ। ਕਿਉਂਕਿ ਇਹ ਵੀ ਇੱਕ ਵੇਖ ਵਿਚਾਰਨ ਵਾਲੀ ਬਾਤ ਹੈ ਗੁਰਮੁਖੋ। ਅਕਸਰ ਜਿਹੜੇ ਕੋਈ ਕੁਲਵੰਸ਼ੀ ਰਾਜੇ ਹੁੰਦੇ ਨੇ, ਜਾਂ ਜਿਹੜੇ ਬਚਪਨ ਤੋਂ ਜਿਨ੍ਹਾਂ ਨੂੰ ਇਹ ਬਖਸ਼ਿਸ਼ਾਂ ਮਿਲਦੀਆਂ ਨੇ, ਉਹਨਾਂ ਦੇ ਘੋੜੇ ਤੇ ਚੜ੍ਹ ਕੇ ਸਫ਼ਰ ਕਰਨੇ, ਸ਼ਸਤਰ ਰੱਖਣੇ, ਜਾਂ ਉਹਨਾਂ ਦੇ ਵਿਚਰਨ ਦਾ ਢੰਗ ਹੀ ਕੁਝ ਵੱਖਰਾ ਹੁੰਦਾ ਹੈ। ਜੇ ਕਿਤੇ ਉਹਨਾਂ ਦੇ ਮੁਕਾਬਲੇ ਅਸੀਂ ਕਿਸੇ ਆਮ ਮਨੁੱਖ ਨੂੰ ਉੱਥੇ ਬਿਠਾ ਦਈਏ ਨਾ, ਉਸ ਘੋੜੇ ਤੇ ਚੜ੍ਹਾ ਦਈਏ, ਸ਼ਸਤਰ ਪਵਾ ਦਈਏ, ਕਈ ਵਾਰ ਐਸਾ ਵੇਖਣ ਨੂੰ ਮਿਲਦਾ ਹੈ ਕਿ ਦੂਰੋਂ ਹੀ ਪਤਾ ਲੱਗ ਜਾਂਦਾ ਵੀ ਇਹਨੇ ਸ਼ਸਤਰ ਤੇ ਪਾਏ ਨੇ, ਘੋੜੇ ਤੇ ਚੜਿਆ ਹੋਇਆ, ਲੇਕਿਨ ਇਹ ਅੱਜ ਪਹਿਲੀ ਵਾਰੀ ਚੜਿਆ, ਪਹਿਲਾਂ ਨਹੀਂ ਕਦੇ ਇਸਨੇ ਇਹ ਕਲਾ ਖੇਡੀ। ਲੇਕਿਨ ਜਿਨ੍ਹਾਂ ਦੇ ਅੰਦਰ ਕੁਲਵੰਸ਼ੀ ਰਾਜ ਹੈ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੇਕਰ ਘੋੜੇ ਤੇ ਚੜੇ ਨੇ ਨਾ, ਤੇ ਉਹਨਾਂ ਦੇ ਦਾਦਾ ਜੀਆਂ ਨੇ ਇਸੇ ਵੇ ਦੀ ਸ਼ਸਤਰ ਪਾ ਕਰਕੇ ਘੋੜਿਆਂ ਤੇ ਚੜ੍ਹ ਕੇ ਜੰਗਾਂ ਕੀਤੀਆਂ ਹੋਈਆਂ। ਗੁਰੂ ਤੇਗ ਬਹਾਦਰ ਮਹਾਰਾਜ ਸ਼ਸਤਰ ਰੱਖਦੇ ਨੇ, ਕਰਤਾਰਪੁਰ ਦੀ ਲੜਾਈ ਮਹਾਰਾਜ ਜੀਆਂ ਨੇ ਫਤਿਹ ਕੀਤੀ ਹੋਈ ਹੈ। ਇਸ ਲਈ ਜਨਮ ਤੋਂ ਤੇ ਮਹਾਰਾਜ ਆਪ ਵੀ ਬਹੁਤ ਵੱਡੇ ਯੋਧੇ ਹਨ, ਭਾਵੇਂ ਅਜੇ ਆਰਬਲਾ ਛੋਟੀ ਹੈ, ਆਯੂ ਘੱਟ ਹੈ, ਲੇਕਿਨ ਮੁਖ ਦੀ ਨੁਹਾਰ, ਚਿਹਰੇ ਦਾ ਪ੍ਰਤਾਪ, ਮਹਾਰਾਜ ਜੀ ਕੇ ਘੋੜੇ ਤੇ ਬਹਿ ਕੇ ਵਿਚਰਨ ਦਾ ਢੰਗ, ਤੇ ਉਸ ਮਨੁੱਖ ਨੂੰ ਤੱਕਣ ਦ੍ਰਿਸ਼ਟੀ ਜਿਹੜੀ ਹੈ ਉਹ ਦੂਰੋਂ ਹੀ ਦੱਸਦੀ ਹੈ ਕਿ ਆਮ ਮਨੁੱਖ ਨਹੀਂ ਨੇ, ਕੋਈ ਪ੍ਰਤਾਪੀ ਪੁਰਖ ਨੇ, ਕੋਈ ਰਾਜੇ ਮਹਾਰਾਜੇ ਦੇ ਸਪੂਤ ਨੇ, ਜੋ ਕਿ ਇਸ ਥਾਂ ਤੇ ਖੜੇ ਹੋਏ ਸਭ ਨਜ਼ਾਰਾ ਨਿਹਾਰ ਰਹੇ ਨੇ। ਤੇ ਉਹ ਰੰਗੜ ਸਰਦਾਰ ਆਪਣੇ ਸਾਥ ਐਲਕਾਰ ਨਾਈ ਨੂੰ ਪੁੱਛਣ ਲੱਗਾ ਕਿ ਤੂੰ ਇਹਨਾਂ ਦੇ ਪਰਥਾਏ ਕੋਈ ਸਿਰਨਾਵਾਂ ਜਾਣਦਾ ਹੈ, ਤੈਨੂੰ ਪਤਾ ਹੈ ਕੌਣ ਨੇ। ਫਿਰ ਜਿਵੇਂ ਉਹ ਅੱਗੇ ਦੱਸ ਰਿਹਾ ਹੈ ਜੀ, ਗੁਰੂ ਹਮਾਰੋ ਭਾਖਿਓ ਨਾਈ। ਤੇ ਮਹਾਰਾਜ ਜੀ ਵੱਲ ਇਸ਼ਾਰਾ ਕਰਕੇ ਜਿਹੜਾ ਇਹਦਾ ਐਲਕਾਰ ਰੰਗੜ ਦਾ ਜਿਹੜਾ ਨਾਈ ਸੀ, ਉਹ ਕਹਿਣ ਲੱਗਾ ਇਹ ਤੇ ਸਾਡੇ ਗੁਰਦੇਵ ਨੇ, ਇਹਨਾਂ ਨੂੰ ਮੈਂ ਚੰਗੀ ਤਰ੍ਹਾਂ ਜਾਣਨਾ, ਇਹ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਕੇ ਸੁਪੁੱਤਰ ਹਨ। ਜਿਨ ਕੋ ਸਭ ਜਗ ਪੂਜੈ ਆਈ। ਤੇ ਰੰਗੜ ਸਰਦਾਰ ਨੂੰ ਕਹਿਣ ਲੱਗਾ, ਇਹ ਨਾਈ ਕਹਿਣ ਲੱਗਾ, ਇਹਨਾਂ ਨੂੰ ਸਾਰਾ ਜਗਤ ਗੁਰੂ ਜਾਣ ਕਰਕੇ ਪੂਜਦਾ ਹੈ। ਅੱਜ ਇਹ ਆਪਣੇ ਇਸ ਯੋਧੇ ਦੇ ਰੂਪ ਵਿੱਚ ਵਿਚਰ ਰਹੇ ਨੇ, ਲੇਕਿਨ ਇਹ ਬਹੁਤ ਬਖਸ਼ਿਸ਼ ਦੇ ਮਾਲਕ ਨੇ, ਸਮੁੱਚਾ ਸੰਸਾਰ ਇਹਨਾਂ ਨੂੰ ਗੁਰੂ ਜਾਣ ਕਰਕੇ ਪੂਜਦਾ ਹੈ ਜੀ। ਸੁਨ ਰੰਗਰ ਕੇ ਸਿਦਕ ਵਿਸਾਲਾ। ਜਿਸ ਵਕਤ ਆਪਣੇ ਹੀ ਨਾਲ ਦੇ ਅਹਿਲਕਾਰ ਤੋਂ ਇਹ ਬਾਤ ਸੁਣੀ, ਤੇ ਜਿਸ ਵਕਤ ਉਸਨੇ ਮਹਾਰਾਜ ਜੀ ਕੇ ਦੂਰੋਂ ਦਰਸ਼ਨ ਕੀਤੇ ਰੰਗੜ ਸਰਦਾਰ ਨੇ, ਫਿਰ ਉਹਦੇ ਵੀ ਅੰਦਰ ਨੂੰ ਕੁਝ ਨਾ ਕੁਝ ਸਿਦਕ ਆਇਆ। ਉਸਨੂੰ ਪਤਾ ਲੱਗਾ ਕਿ ਜੋ ਕੁਝ ਇਹ ਕਹਿ ਰਿਹਾ ਹੈ ਤੇ ਜੋ ਕੁਝ ਸਾਹਮਣੇ ਨਜ਼ਰ ਆ ਰਿਹਾ, ਜੋ ਦਰਸ਼ਨ ਹੋ ਰਹੇ ਨੇ, ਇਹਦਾ ਮਤਲਬ ਇਹ ਬਿਲਕੁਲ ਸੱਚ ਹੈ, ਜ਼ਰੂਰ ਕੋਈ ਪ੍ਰਤਾਪੀ ਪੁਰਖ ਨੇ। ਫਿਰ ਉਹਦੇ ਅੰਦਰ ਜਿਸ ਵਕਤ ਸਿਦਕ ਭਰੋਸਾ ਆਉਂਦਾ ਹੈ, ਬੰਧਨ ਹਿਤ ਆਇਓ ਤਤਕਾਲਾ। ਫਿਰ ਉਹ ਵੀ ਸ਼ਿਕਾਰ ਦੇ ਮਨੋਰਥ ਦੇ ਲਈ ਉਸ ਜੰਗਲ ਵਿੱਚ ਫਿਰ ਰਿਹਾ ਸੀ, ਹਿਰਨ ਦਾ ਸ਼ਿਕਾਰ ਕਰਨਾ ਸੀ, ਲੇਕਿਨ ਉਸੇ ਮਨੋਰਥ ਨੂੰ ਤਿਆਗ ਕਰਕੇ ਸਤਿਗੁਰੂ ਜੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜਿਸ ਪਾਸੇ ਵੱਲ ਖੜੇ ਨੇ ਉਸ ਪਾਸੇ ਵੱਲ ਨੂੰ ਚੱਲ ਪਿਆ। ਮਹਾਰਾਜ ਜੀਆਂ ਨੂੰ ਨਮਸਕਾਰ ਕਰਨ ਦੇ ਲਈ
ਨਜ਼ਦੀਕ ਆ ਕੇ ਦਰਸ਼ਨ ਪਾਉਣ ਦੇ ਲਈ, ਮਹਾਰਾਜ ਤੋਂ ਬਖਸ਼ਿਸ਼ ਲੈਣ ਦੇ ਲਈ ਮਹਾਰਾਜ ਜੀ ਕੇ ਨਜ਼ਦੀਕ ਆਉਂਦਾ ਹੈ। ਤਰਕਸ ਤੇ ਸਰਪੰਚ ਨਿਕਾਸੇ। ਫਿਰ ਉਸਨੇ ਆਪਣੇ ਤਰਕਸ ਦੇ ਵਿੱਚੋਂ 5 ਜਿਹੜੇ ਤੀਰ ਹਨ ਉਹ ਬਾਹਰ ਕੱਢੇ ਹਨ, ਕਿਉਂਕਿ ਉਹ ਵੀ ਸ਼ਿਕਾਰੀ ਹੈ। ਤੇ ਸ਼ਿਕਾਰੀ ਅਕਸਰ ਜਦੋਂ ਹਿਰਨਾ ਆਦਿਕ ਦਾ ਸ਼ਿਕਾਰ ਕਰਦੇ ਨੇ, ਜੰਗਲੀ ਜਾਨਵਰਾਂ ਦਾ, ਉੱਥੇ ਫਿਰ ਧਨੁੱਖ ਤਰਕਸ਼ ਦੀ ਲੋੜ ਪੈਂਦੀ ਹੈ, ਕਿਉਂਕਿ ਬਾਣਾਂ ਦੇ ਸਹਾਰੇ ਹੀ ਸ਼ਿਕਾਰੀ ਸ਼ਿਕਾਰ ਕਰਦੇ ਸਨ। ਮਹਾਰਾਜ ਜੀ ਕੇ ਸਨਮੁਖ ਆਇਆ, ਪਾਸ ਆਇਆ, ਆਪਣੇ ਭੱਥੇ ਦੇ ਅੰਦਰੋਂ 5 ਤੀਰ ਕੱਢੇ ਹਨ ਤੇ ਮਹਾਰਾਜ ਜੀ ਕੇ ਸਨਮੁਖ ਦਰਸ਼ਨ ਕਰਦਾ ਹੈ। ਤਰ ਕਰ ਕਰ ਮੈਂ ਹੋਇਚ ਪਾਸੇ। ਆਪਣੇ ਹੱਥ ਵਿੱਚ 5 ਤੀਰ ਲੈ ਤੇ ਮਹਾਰਾਜ ਜੀ ਕੇ ਚਰਨਾਂ ਵਿੱਚ ਨਿਮ ਕਰਕੇ ਸਿਜਦਾ ਕੀਤਾ, ਕਿਉਂਕਿ ਮਹਾਰਾਜ ਇੱਥੇ ਅਜੇ ਘੋੜੇ ਤੇ ਹੀ ਵਿਰਾਜਮਾਨ ਨੇ। ਸੋ 5 ਤੀਰ ਲੈ ਕਰਕੇ ਮਹਾਰਾਜ ਜੀ ਕੇ ਸਨਮੁਖ ਦੀਨ ਹੋ ਕਰਕੇ, ਨੀਵਾ ਹੋ ਕਰਕੇ ਇਸ ਰੰਗੜ ਸਰਦਾਰ ਨੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਕੋ ਨਮਸਕਾਰ ਕੀਤੀ ਹੈ। ਗੁਰ ਆਗੇ ਕਰ ਸੀਸ ਨਿਵਾਇਓ। ਤੇ ਜਿਵੇਂ ਕੋਈ ਬੜੇ ਅਦਬ ਦੇ ਨਾਲ, ਕਿਉਂਕਿ ਇੱਥੇ ਮਹਾਰਾਜ ਇੱਕ ਯੋਧੇ ਦੇ ਰੂਪ ਵਿੱਚ ਨੇ, ਤੇ ਦੂਸਰਾ ਭਾਵੇਂ ਕਿ ਆਇਆ ਤੇ ਜੀਵ ਦਾ ਸ਼ਿਕਾਰ ਕਰਨਾ, ਲੇਕਿਨ ਸ਼ਸਤਰ ਵਿਦਿਆ ਦਾ ਨਿਸ਼ਚੈ ਅਸੀਂ ਕਹਿ ਸਕਦੇ ਹਾਂ ਅਭਿਆਸੀ ਹੈ, ਸ਼ਸਤਰਾਂ ਦੀ ਕਦਰ ਕਰਨ ਵਾਲਾ ਮਨੁੱਖ ਹੈ। ਸੋ ਉਸ ਨੇ ਵੀ ਆਪਣੀ ਸ਼ਸਤਰ ਵਿਦਿਆ ਨੂੰ ਮਹਾਰਾਜ ਜੀ ਤੋਂ ਨੀਵਾਂ ਜਾਣਦਿਆਂ ਹੋਇਆਂ ਪ੍ਰਥਮ ਆਪਣੇ 5 ਤੀਰ ਸ਼ਸਤਰ ਆਪਣੇ ਹੱਥ ਵਿੱਚ ਫੜੇ, ਤੇ ਜਿਵੇਂ ਕੋਈ ਮਨੁੱਖ ਅੱਗੇ ਸ਼ਸਤਰ ਕਰਕੇ ਤੇ ਪਿੱਛੇ ਸੀਸ ਕਰਕੇ ਫਿਰ ਨਿਮ ਕਰਕੇ ਮਹਾਰਾਜ ਜੀ ਕੋ ਨਮਸਕਾਰ ਕਰਦਾ ਵੀ ਆਪ ਜੀ ਕੀ ਹੀ ਵਿਦਿਆ ਹੈ, ਆਪ ਜੀ ਕਾ ਹੀ ਪ੍ਰਤਾਪ ਹੈ। ਸੋ ਆਪ ਜੀ ਕੀ ਬਖਸ਼ਿਸ਼ ਸਦਕਾ ਹੀ ਅਸੀਂ ਵਿਚਰਦੇ ਆ। ਇਸ ਵੇਦ ਇਸ ਰੰਗੜ ਸਰਦਾਰ ਨੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਕੇ ਸਨਮੁਖ ਚਰਨਾਂ ਵੱਲ ਸ਼ਸਤਰ ਕਰਕੇ, ਘੋੜੇ ਤੋਂ ਥੱਲੇ ਉਤਰ ਕਰਕੇ ਪ੍ਰਥਮ ਸੀਸ ਨਿਵਾਇਆ, ਨਮਸਕਾਰ ਕੀਤੀ ਹੈ। ਬਸਤ ਰਹੋ ਪਰ ਹੇਰ ਅਲਾਵੋ। ਬਸਤ ਰਹੋ ਮਹਾਰਾਜ ਜੀਆਂ ਨੇ ਵੀ, ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀਆਂ ਨੇ ਵੀ ਫਿਰ ਉਸ ਨੂੰ ਆਪਣੇ ਮੁਖ ਤੋਂ ਅਸੀਸ ਦੇ ਦਿੱਤੀ। ਬਸਤ ਰਹੋ, ਵਸਦੇ ਰਹੋ, ਪਰ ਹੇਰ ਅਲਾਵੋ, ਭਾਵ ਜਿਵੇਂ ਆਪ ਜੀਆਂ ਨੇ ਸਾਨੂੰ ਵੇਖ ਕਰਕੇ ਤੇ ਇੱਥੋਂ ਤੱਕ ਉਦਮ ਕੀਤਾ ਹੈ। ਸੋ ਪ੍ਰਸਨ ਮੁਖ ਤੇ ਸੁਨ ਬੈਨ। ਮਹਾਰਾਜ ਸੱਚੇ ਪਾਤਸ਼ਾਹ ਜੀ ਕੀ ਬਖਸ਼ਿਸ਼ ਹੋਈ ਹੈ। ਉਧਰ ਉਸਨੇ ਨਮਸਕਾਰ ਕੀਤੀ, ਮਹਾਰਾਜ ਜੀਆਂ ਨੇ ਅਸੀਸ ਦਿੱਤੀ, ਮੁਖ ਤੋਂ ਬਚਨ ਸੁਣ ਕਰਕੇ ਪ੍ਰਸੰਨ ਹੋਇਆ ਹੈ। ਰੰਗਰ ਭਣੇ ਸਮੁਖ ਕਰ ਨੈਣ। ਫਿਰ ਮਹਾਰਾਜ ਸੱਚੇ ਪਾਤਸ਼ਾਹ ਜੀ ਕੇ ਸਨਮੁਖ ਖੜਾ ਹੋ ਕਰਕੇ ਇਸ ਰੰਗੜ ਸਰਦਾਰ ਨੇ ਮਹਾਰਾਜ ਜੀ ਕੇ ਨਾਲ ਕੁਝ ਵਾਰਤਾਲਾਪ ਵਿਚਾਰਾਂ ਸਾਂਝੀਆਂ ਕੀਤੀਆਂ ਹਨ। ਮਹਾਰਾਜ ਨੇ ਵੀ ਅਸੀਸਾਂ ਬਖਸ਼ੀਆਂ ਹਨ। ਇਸ ਬਿਦ ਨਾ ਇੱਕ ਜੰਗਲ ਦੇ ਅੰਦਰ ਮਹਾਰਾਜ ਜੀ ਦਾ ਜਿਹੜਾ ਪ੍ਰਤਾਪ ਹੈ, ਹਾਲਾਂਕਿ ਇੱਥੇ ਕੋਈ ਦੂਸਰਾ ਹੋਰ ਬਹੁਤੇ ਮਹਾਰਾਜ ਜੀ ਕੇ ਆਪਣੇ ਸਿੱਖ ਜਾਂ ਮਾਮਾ ਕਿਰਪਾਲ ਚੰਦ ਜੀ ਨਾਲ ਨੇ, ਇਸ ਰੰਗੜ ਸਰਦਾਰ ਨੇ ਮਹਾਰਾਜ ਜੀਓ का प्रताप तक के जंगल ਦੇ ਅੰਦਰ ਹੀ ਨਮਸਕਾਰ ਕੀਤੀ ਹੈ। ਹਰ ਸਰ ਨਿਰਮਲ ਲਿਹੋ ਉਪਾਇਨ। ਤੇ ਮਹਾਰਾਜ ਨੇ ਤਰੁੱਠ ਕਰਕੇ ਕਿਹਾ ਕਿ ਆਪ ਇਸੇ ਤਰ੍ਹਾਂ ਵਸਦੇ ਰਹੋ। ਤੇ ਇਹ ਜਿਹੜਾ ਰੰਗੜ ਸਰਦਾਰ ਹੈ ਉਸ ਨੇ ਮਹਾਰਾਜ ਜੀ ਕੇ ਚਰਨਾਂ ਵਿੱਚ ਅਰਦਾਸ ਕੀਤੀ ਵੀ ਸਾਡੇ ਵੱਲੋਂ ਭੇਟਾ ਰੂਪ ਦੇ ਅੰਦਰ ਆ ਤੀਰ ਆਪ ਜੀ ਕੇ ਚਰਨਾਂ ਵਿੱਚ ਭੇਟ ਹਨ। ਖਰ ਸਰ ਨਿਰਮਲ ਲਿਹੋ ਉਪਾਇਨ, ਕਿਉਂਕਿ ਇਸ ਵਕਤ ਮੇਰੇ ਪਾਸ ਕੋਈ ਹੋਰ ਭੇਟ ਤੇ ਹੈ ਨਹੀਂ, ਧਨ ਆਦਿਕ, ਵਸਤਰ ਆਦਿਕ ਜਾਂ ਹੋਰ ਕੋਈ ਵਸਤੂ ਮੈਂ ਨਹੀਂ ਦੇ ਸਕਦਾ। ਇਸ ਵਕਤ ਮੇਰੇ ਲਈ ਮੇਰੇ ਤੋਂ ਅਦਮੁੱਲੇ ਮੇਰੇ ਇਹ ਸ਼ਸਤਰ ਹੀ ਨੇ। ਸਭ ਤੋਂ ਅਨਮੁੱਲੀ ਭੇਟ ਇਹੀ ਹੈ ਜੋ ਮੈਂ ਇਸ ਵਕਤ ਜੰਗਲ ਵਿੱਚ ਵਰਤ ਰਿਹਾ, ਵਿਚਰ ਰਿਹਾ। ਸੋ ਇਹੀ ਮੈਂ ਆਪ ਜੀ ਕੇ ਚਰਨਾਂ ਵਿੱਚ ਭੇਟ ਕਰਦਾ ਹਾਂ ਜੀ। ਪੁਨੈ ਸਪਰਸੋ ਕਰ ਸੋ ਪਾਇਨ। ਤੇ ਨਾਲ ਹੀ ਉਸਨੇ ਕਿਹਾ ਮਹਾਰਾਜ ਆਪ ਸਪਰਸ਼ ਕਰੋ, ਆਪ ਬਖਸ਼ਿਸ਼ ਕਰੋ, ਆਪਣੇ ਮੁਬਾਰਕ ਚਰਨ ਇਹਨਾਂ ਤੀਰਾਂ ਨੂੰ ਲਾ ਕਰਕੇ ਤੇ ਗਰੀਬ ਨਿਵਾਜ਼ੀ ਕਰੋ ਜੀ। ਇੱਕ ਸਰਦਾ ਗੈ ਲੀਨੇ ਹਾਥ। ਤੇ ਮਹਾਰਾਜ ਜੀਆਂ ਨੇ ਘੋੜੇ ਉੱਪਰ ਬੈਠਿਆਂ ਹੀ ਜਿਸ ਵਕਤ ਇਸ ਮਨੁੱਖ ਦੀ ਸ਼ਰਧਾ ਤੱਕੀ, ਅੰਦਰ ਦਾ ਪ੍ਰੇਮ ਵੇਖਿਆ ਕਿ ਇਤਨਾ ਦੀਨ ਹੋ ਕਰਕੇ ਨਿਮਰਤਾ ਵਿੱਚ ਆ ਕੇ ਬੇਨਤੀ ਕਰ ਰਿਹਾ, ਭੇਟਾ ਰੱਖ ਰਿਹਾ, ਫਿਰ ਮਹਾਰਾਜ ਨੇ ਤਰੁੱਠ ਕਰਕੇ ਇਸ ਪੁਰਖ ਦੇ ਤੀਰ ਆਪਣੇ ਹੱਥ ਵਿੱਚ ਲੈ ਲਏ ਸਨ। ਤਬ ਤਿਨ ਤਰਿਓ ਚਰਨ ਪਰਮਾਥ। ਤੇ ਜਿਵੇਂ ਹੀ ਗਰੀਬ ਨਿਵਾਜ ਸਤਿਗੁਰੂ ਜੀਆਂ ਨੇ ਇਸ ਦੇ ਤੀਰ ਆਪਣੇ ਹੱਥ ਵਿੱਚ ਲਏ, ਉਸ ਨੂੰ ਤਸੱਲੀ ਹੋ ਗਈ ਕਿ ਮੇਰੀ ਨਮਸਕਾਰ ਮਹਾਰਾਜ ਜੀ ਕੋ ਪ੍ਰਵਾਨ ਹੋਈ ਹੈ। ਫਿਰ ਉਸ ਨੇ ਮਹਾਰਾਜ ਜੀਆਂ ਨੂੰ ਤੀਰ ਫੜਾਉਂਦਿਆਂ ਹੋਇਆਂ ਆਪਣਾ ਜਿਹੜਾ ਮੱਥਾ ਹੈ ਘੋੜੇ ਉੱਪਰ ਹੀ ਮਹਾਰਾਜ ਜੀ ਕੇ ਚਰਨਾਂ ਦੇ ਉੱਪਰ ਰੱਖ ਦਿੱਤਾ। ਇਸ ਵੇਦ ਇੱਥੇ ਇਸ ਰੰਗੜ ਸਰਦਾਰ ਨੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਕੋ ਨਮਸਕਾਰ ਕੀਤੀ ਹੈ। ਪੁਨ ਹਰਖਤ ਹੋਏ ਸਦਨ ਸਿਧਾਰਾ। ਮਹਾਰਾਜ ਜੀ ਤੋਂ ਅਸੀਸ ਲਈ, ਫਿਰ ਤੀਰ ਮਹਾਰਾਜ ਨੇ ਉਸ ਨੂੰ ਬਖਸ਼ੇ, ਫਿਰ ਪ੍ਰਸੰਨ ਹੋ ਕਰਕੇ ਵਾਪਸ ਆਪਣੇ ਗ੍ਰਹਿ ਵਿਖੇ ਨੂੰ ਮੁੜਿਆ ਹੈ ਜੀ। ਸਤਿਗੁਰ ਹੈ ਨਿਜ ਮਾਰਗ ਡਾਰਾ। ਤੇ ਇਧਰ ਸਤਿਗੁਰੂ ਜੀ ਗਏ ਤੇ ਸ਼ਿਕਾਰ ਕਰਨ ਸਨ, ਲੇਕਿਨ ਅੱਜ ਸ਼ਿਕਾਰ ਨਹੀਂ ਕੀਤਾ, ਅੱਜ ਕੋਈ ਅਭਿਆਸ ਨਹੀਂ ਕੀਤਾ। ਇਸ ਵੇਲੇ ਦਰਸ਼ਨ ਦੇ ਕਰਕੇ ਫਿਰ ਵਾਪਸ ਘੋੜੇ ਨੂੰ ਆਪਣੇ ਮਾਰਗ ਨਗਰ ਵੱਲ ਨੂੰ ਮੋੜ ਲਿਆ ਹੈ।
ਆਵਤ ਪੇ ਲਖਨੌਰ ਮਜਾਰਾ। ਕੁਝ ਸਮਾਂ ਇਸ ਵੇਦ ਉਸ ਜੰਗਲ ਵਿੱਚ ਗੁਜ਼ਾਰਨ ਤੋਂ ਉਪਰੰਤ ਮਹਾਰਾਜ ਵਾਪਸ ਲਖਨੌਰ ਗ੍ਰਹਿ ਵਿਖੇ ਆ ਜਾਂਦੇ ਹਨ। ਨਿਸ ਬਿਸਰਾਮ ਕੀਨ ਸੁਖ ਧਾਰਾ। ਫਿਰ ਉਸੇ ਤਰ੍ਹਾਂ ਰੋਜ਼ ਦੇ ਨੇਮ ਅਨੁਸਾਰ ਮਹਾਰਾਜ ਜੀਆਂ ਨੇ ਰਾਤਰੀ ਦਾ ਵਿਸ਼ਰਾਮ ਜੋ ਹੈ ਆਪਣੇ ਗ੍ਰਹਿ ਵਿਖੇ ਬੜੇ ਸੁਖ ਆਨੰਦ ਸਹਿਤ ਪਾਇਆ ਹੈ। ਇਸ ਪ੍ਰਕਾਰ ਤੈ ਸਮੈ ਬਿਤਾਇਓ। ਇਸ ਵੇਦ ਕੁਝ ਸਮਾਂ ਭਾਈ ਸਾਹਿਬ ਭਾਈ ਸੰਤੋਖ ਸਿੰਘ ਸਾਹਿਬ ਜੀ ਲਿਖਦੇ ਹਨ, ਮਹਾਰਾਜ ਜੀ ਲਖਨੌਰ ਦੀ ਧਰਤੀ ਤੇ ਬਿਤਾ ਰਹੇ ਨੇ। ਕੁਝ ਵਿਚਰ ਕੇ ਕੌਤਕ ਕਰਦੇ ਨੇ, ਕਦੇ ਗ੍ਰਹਿ ਵਿਖੇ ਹੀ, ਕਦੇ ਕਦੇ ਮਹਾਰਾਜ ਜੀ ਸੰਗਤ ਨੂੰ ਦਰਸ਼ਨ ਦਿੰਦੇ ਨੇ, ਕਿਉਂਕਿ ਇਸ ਇਲਾਕੇ ਦੇ ਵਿੱਚ ਮਹਾਰਾਜ ਦੇ ਪਾਸ ਬਹੁਤੀ ਸੰਗਤ ਨਹੀਂ ਆਈ, ਕਿਉਂਕਿ ਮਹਾਰਾਜ ਨੇ ਵਰਜ ਰੱਖਿਆ ਸੀ ਕਿ ਇੱਥੇ ਕੁਝ ਸਮਾਂ ਅਸੀਂ ਕੇਵਲ ਆਪ ਹੀ ਮਾਤਾ ਜੀ ਕੇ ਸੰਗ ਟਿਕਣਾ ਹੈ। ਸੋ ਇਸ ਵੇਦ ਕਦੇ ਕਦੇ ਜੋ ਇਲਾਕੇ ਦੀ ਥੋੜੀ ਬਹੁਤ ਸੰਗਤ ਆਉਂਦੀ ਹੈ ਉਹਨੂੰ ਦਰਸ਼ਨ ਦਿੰਦੇ ਹਨ। ਨਾਲ ਹੀ ਆਪਣੀ ਮੌਜ ਵਿੱਚ ਜਿਹੜੇ ਕੌਤਕ ਸ਼ਿਕਾਰ ਦੇ, ਯੁੱਧ ਵਿਦਿਆ ਦੇ ਆਦਿਕ ਇਹ ਸਭ ਕਰ ਰਹੇ ਸਨ। ਚਿਤਵੈ ਪਿਤ ਸੰਦੇਸ਼ ਪਠਾਇਓ। ਤੇ ਨਾਲ ਹੀ ਮਹਾਰਾਜ ਯਾਦ ਕਰਦੇ ਹਨ ਕਿ ਸਾਡੇ ਪਿਤਾ ਗੁਰਦੇਵ ਗੁਰੂ ਤੇਗ ਬਹਾਦਰ ਮਹਾਰਾਜ ਜੀ ਕੇ ਸੁਨੇਹੇ ਵੀ ਆਏ ਹਨ ਕਿ ਹੁਣ ਜਲਦੀ ਜਾ ਕਰਕੇ ਆਨੰਦਪੁਰ ਸਾਹਿਬ ਦੀ ਕਾਰ ਕੀਰਤ ਸੰਭਾਲਣੀ ਹੈ ਜੀ। ਜੁਗ ਮਾਤਨ ਡਿਗ ਬੈਠ ਬਖਾਨੀ। ਫਿਰ ਕੋਈ ਦਿਨਾਂ ਤੋਂ ਉਪਰੰਤ महाराज जी अपने माता जियों के पास बैठे, माता जी के पास बैठ करके ये बात फिर दोहराई है जी। किम चल बे की मसलत ठानी। माता नानकी जी माता गुजर कौर जी ਨੂੰ ਕਹਿਣ ਲੱਗੇ ਕਿ ਕੁਝ ਸਮਾਂ ਪਹਿਲਾਂ ਆਪਾਂ ਨੇ ਇਹ ਵਿਚਾਰ ਕੀਤੀ ਸੀ ਕਿ ਜਲਦੀ ਆਨੰਦਪੁਰ ਸਾਹਿਬ ਜਾਣਾ ਹੈ, ਲੇਕਿਨ ਉਹ ਸਮਾਂ ਨਿਰਧਾਰਿਤ ਨਹੀਂ ਹੋ ਸਕਿਆ ਵੀ ਕਦੋਂ ਜਾਣਾ ਹੈ। ਹੁਣ ਫਿਰ ਅਸੀਂ ਤੁਹਾਨੂੰ ਪੁੱਛਦੇ ਹਾਂ ਵੀ ਉਸ ਚੱਲਣ ਦੇ ਸੰਬੰਧ ਵਿੱਚ ਉਹ ਸਮਾਂ ਕਦੋਂ ਨਿਰਧਾਰਿਤ ਕੀਤਾ ਹੈ, ਭਾਵ ਕਿਤਨਾ ਸਮਾਂ ਹੋਰ ਇਸ ਸਥਾਨ ਤੇ ਰਹਿਣਾ ਹੈ ਤੇ ਕਿਤਨੇ ਸਮੇਂ ਨੂੰ ਫਿਰ ਆਪਾਂ ਨੇ ਸ਼੍ਰੀ ਅਨੰਦਪੁਰ ਸਾਹਿਬ ਜਾ ਕਰਕੇ ਪੱਕੇ ਤੌਰ ਤੇ ਵਸੇਬਾ ਕਰਨਾ ਹੈ ਜੀ। ਬਸਨ ਅਨੰਦਪੁਰ ਆਪਨ ਸਥਾਨਾ। ਕਿਉਂਕਿ ਪਿਤਾ ਗੁਰਦੇਵ ਜੀ ਕੇ ਹੁਕਮ ਹੋ ਚੁੱਕੇ ਨੇ। ਮਹਾਰਾਜ ਜੀ ਕਹਿਣ ਲੱਗੇ ਹੁਣ ਸਾਡਾ ਜਿਹੜਾ ਨਿਸ਼ਚਿਤ ਟਿਕਾਣਾ, ਨਿਸ਼ਚਿਤ ਜਿਹੜਾ ਵਸੇਬਾ ਹੈ ਉਹ ਕੇਵਲ ਅਨੰਦਪੁਰ ਹੀ ਹੈ ਜੀ। ਹੁਕਮ ਗੁਰਨ ਕੋ ਚਹਿ ਇਹ ਮਾਨਾ। ਕਿਉਂਕਿ ਵੱਡੇ ਗੁਰੂ ਸਾਹਿਬਾਨ, ਪਿਤਾ ਗੁਰੂ ਸਾਹਿਬਾਨ ਜਿਨ੍ਹਾਂ ਦੇ ਹੁਕਮ ਮੰਨਣੇ ਸਾਡੇ ਲਈ ਅਤ ਲਾਜ਼ਮੀ ਹਨ। ਤਿਆਰੀ ਕਰੋ ਪੰਥ ਪ੍ਰਸਥਾਨੈ। ਇਸ ਲਈ ਮਾਤਾ ਜੀਆਂ ਨੂੰ ਕਹਿਣ ਲੱਗੇ ਗੁਰਦੇਵ ਪਿਤਾ ਕਿ ਹੁਣ ਆਪ ਬਹੁਤਾ ਵਿਲੰਬ ਨਾ ਕਰੋ, ਭਾਵ ਜਲਦੀ ਹੁਕਮ ਦੇ ਕਰਕੇ ਮਾਤਾ ਜੀ ਤਿਆਰੀ ਕਰਵਾਓ ਤਾਂ ਜੋ ਸਮੇਂ ਅਨੁਸਾਰ ਸ਼੍ਰੀ ਅਨੰਦਪੁਰ ਸਾਹਿਬ ਪਹੁੰਚ ਜਾਈਏ ਜੀ। ਇਤ ਬਸਬੋ ਅਬ ਨੀਕ ਨਾ ਜਾਣੈ। ਕਿਉਂਕਿ ਹੁਣ ਬਹੁਤਾ ਸਮਾਂ ਇਸ ਸਥਾਨ ਤੇ ਰਹਿਣਾ ਵੀ ਸਾਡੇ ਲਈ ਠੀਕ ਨਹੀਂ ਹੈ। ਸੋ ਇਸ ਲਈ ਜਲਦੀ ਤੋਂ ਜਲਦੀ ਆਪ ਹੁਕਮ ਦੇ ਕਰਕੇ ਤਿਆਰੀ ਕਰਵਾਓ। ਸਤਿਗੁਰ ਕਿਰਤ ਮੈਂ ਚਿੰਤ ਨਾ ਕਾਈ। ਸਤਿਗੁਰੂ ਕਿਰਤ ਮੈਂ ਭਾਵ ਇਹ ਜੋ ਵੀ ਕਿਰਤ ਮਹਾਰਾਜ ਸੱਚੇ ਪਾਤਸ਼ਾਹ ਜੀ ਕਰ ਰਹੇ ਹਨ, ਵਿਚਰ ਰਹੇ ਹਨ, ਲੇਕਿਨ ਇਹਦੇ ਵਿੱਚ ਚਿੰਤਾ ਸ਼ੰਕੇ ਵਾਲੀ ਕੋਈ ਬਾਤ ਨਹੀਂ ਹੈ। ਸਭ ਮਹਾਰਾਜ ਆਪਣੀ ਮੌਜ ਵਿੱਚ ਹੀ ਹਨ। ਸਭ ਵਿਦ ਮੈਂ ਸਮਰੱਥ ਸਭ ਥਾਈ। ਮਹਾਰਾਜ ਹਰ ਬਾਤ ਵਿੱਚ ਆਪ ਸਮਰੱਥ ਹਨ, ਭਾਵੇਂ ਕਿ ਜੇ ਚਾਹਣ ਤੇ ਹੁਕਮ ਆਪ ਵੀ ਦੇ ਸਕਦੇ ਹਨ, ਪਰੰਤੂ ਮਹਾਰਾਜ ਜੀ ਕੀ ਵਡਿਆਈ ਹੈ, ਜਦੋਂ ਤੱਕ ਦਾਦੀ ਮਾਤਾ ਨਾਨਕੀ ਜੀ ਹੁਕਮ ਨਹੀਂ ਦਿੰਦੇ ਇਸ ਸਥਾਨ ਤੋਂ ਜਾਣਗੇ ਨਹੀਂ। ਤਿਆਰੀ ਉਦੋਂ ਹੋਣੀ ਹੈ ਜਦੋਂ ਦਾਦੀ ਮਾਤਾ ਜੀ ਕਹਿ ਦੇਣਗੇ। ਸੋ ਸਮਰੱਥ ਹਨ, ਲੇਕਿਨ ਫਿਰ ਵੀ ਵਡਿਆਈ ਜਿਹੜੀ ਹੈ ਉਹ ਸਦੀਵ ਬਖਸ਼ਦੇ ਹਨ। ਤੁਰਕ ਨਿਕਟ ਜੇ ਚਹਿਤ ਨਾ ਜਾਣਾ। ਅਜੇ ਜਿਹੜੇ ਸਮੇਂ ਦੇ ਹੁਕਮਰਾਨ ਤੁਰਕ ਹਨ ਉਹ ਇਸ ਬਾਤ ਨੂੰ ਨਹੀਂ ਜਾਣਦੇ। ਭਾਈ ਸੰਤੋਖ ਸਿੰਘ ਸਾਹਿਬ ਜੀ ਲਿਖਦੇ ਹਨ, ਮਹਾਰਾਜ ਜੀ ਕਾ ਤੇਜ ਪ੍ਰਤਾਪ ਤੁਰਕਾਂ ਦੇ ਅੰਦਰ ਅਜੇ ਉਸ ਵਿਦ ਨਹੀਂ ਹੈ। ਉਹ ਨਹੀਂ ਸਮਝਦੇ, ਉਹਨਾਂ ਲਈ ਕੇਵਲ ਬਾਲਕ ਹਨ, ਲੇਕਿਨ ਮਹਾਰਾਜ ਪੂਰਨ ਬਖਸ਼ਿਸ਼ ਦੇ ਮਾਲਕ ਹਨ। ਤੋ ਕਿਸ ਕੋ ਬਲ ਚਲਤ ਮਹਾਨਾ। ਮਹਾਰਾਜ ਸੱਚੇ ਪਾਤਸ਼ਾਹ ਜੀਆਂ ਤੋਂ ਵੱਡਾ ਬਲੀ ਕੌਣ ਹੋ ਸਕਦਾ ਹੈ। ਕਿਉਂਕਿ ਇਹ ਤਾਂ ਹੁਣ ਆਪਾਂ ਜਿਵੇਂ ਮਹਾਰਾਜ ਇੱਕ ਜੀਵਨ ਦੀ ਇਹ ਸਾਖੀ ਪੜ੍ਹਦੇ ਜਾਵਾਂਗੇ ਨਾ, ਸਹਿਜੇ ਸਹਿਜੇ ਸਾਰਾ ਜਿਹੜਾ ਇਤਿਹਾਸ ਦੇ ਪ੍ਰਸੰਗ ਸਾਰਾ ਕੁਝ ਸਪਸ਼ਟ ਕਰ ਦੇਣਗੇ। ਕਿਤਨੇ ਬਲ ਦੇ ਮਾਲਕ ਹਨ, ਕਿਵੇਂ ਬਖਸ਼ਿਸ਼ਾਂ ਕਰਦੇ ਹਨ, ਉਹ ਸਭ ਕੁਝ ਭਾਈ ਸੰਤੋਖ ਸਿੰਘ ਸਾਹਿਬ ਜੀ ਕਹਿ ਰਹੇ ਹਨ ਕਿ ਮਹਾਰਾਜ ਪੂਰਨ ਬਖਸ਼ਿਸ਼ ਦੇ ਮਾਲਕ, ਪੂਰਨ ਪੁਰਖ, ਵੱਡੇ ਬਲੀ ਹਨ। ਦੇਸ਼ ਮਵਾਸੇ ਜੰਗਲ ਆਦ। ਮਾਲਵੇ ਦੇਸ਼ ਤੇ ਹੋਰ ਆਦ ਨਜ਼ਦੀਕ ਦੇ ਕੁਝ ਜੰਗਲ ਜਿਨ੍ਹਾਂ ਸਥਾਨਾਂ ਤੇ ਮਹਾਰਾਜ ਅਜੇ ਵਿਚਰ ਰਹੇ ਹਨ। ਤੇਠਾ ਹਮਰੇ ਸਿੱਖ ਆਬਾਦ। ਤੇ ਨਾਲ ਇਹ ਵੀ ਕਹਿੰਦੇ ਹਨ ਕਿ ਭਾਈ ਵੇਖੋ ਇਹਨਾਂ ਇਲਾਕਿਆਂ ਦੇ ਵਿੱਚ ਸਾਡੇ ਬਹੁਤ ਸਾਰੇ ਪਿਆਰ ਵਾਲੇ ਸਿੱਖ ਵਸ ਰਹੇ ਹਨ। ਇਸ ਤੇ ਆਦਿਕ ਅਨ ਕੀ ਉਪਾਏ। ਇਸ ਤੋਂ ਅਧਿਕ ਭਾਵ ਇਹਨਾਂ ਦੀ ਜਿਹੜੀ ਸਿੱਖਾਂ ਦੀ ਆਬਾਦੀ ਹੈ ਜਾਂ ਜਿਹੜੀ ਸੁੱਖ ਸੁਵਿਧਾ ਹੈ ਇਹਨਾਂ ਇਲਾਕਿਆਂ ਦੇ ਵਿੱਚ,
ਮਹਾਰਾਜ ਕਹਿੰਦੇ ਹਨ ਅਸੀਂ ਚਾਹੁੰਦੇ ਹਾਂ ਵੀ ਇਹ ਨਾਮ ਹੋਰ ਵੱਧ ਜਾਏ, ਇਹ ਪ੍ਰਤਾਪ ਹੋਰ ਵੱਧ ਜਾਏ। ਆਨੰਦ ਸਮੇਤ ਬਸਤ ਬੋ ਥਾਏ। ਤੇ ਜਿੱਥੇ ਵੀ ਕੋਈ ਗੁਰੂ ਪਿਆਰ ਵਾਲਾ ਨਾਨਕ ਨਾਮ ਲੈਵਾ ਸਿੱਖ ਰਹਿੰਦਾ ਹੈ, ਆਨੰਦ ਸਹਿਤ ਸਾਡੇ ਇਲਾਕਿਆਂ ਵਿੱਚ ਵਸਦਾ ਰਹੇ। ਇਸੇ ਲਈ ਅਸੀਂ ਜਾ ਕਰਕੇ ਆਨੰਦਪੁਰ ਸਾਹਿਬ ਟਿਕਣਾ ਹੈ, ਕਿਉਂਕਿ ਆਨੰਦਪੁਰ ਸਾਹਿਬ ਜਾ ਕਰਕੇ ਉਹ ਨੀਤੀ ਤਿਆਰ ਹੋਣੀ ਹੈ ਜਿਸ ਦੇ ਤਹਿਤ ਸਮੇਂ ਦੇ ਹੁਕਮਰਾਨ ਜੋ ਕੁਝ ਕਰ ਰਹੇ ਹਨ, ਜਿਹੜੇ ਜ਼ੁਲਮ ਵੱਧ ਰਹੇ ਹਨ, ਉਹਨਾਂ ਨੂੰ ਠੱਲ ਕੇਵਲ ਇਸ ਸਥਾਨ ਤੇ ਬੈਠ ਕੇ ਪਾਈ ਜਾ ਸਕਦੀ ਹੈ। ਸੋ ਇਸ ਵਿਧ ਮਾਤਾ ਜੀਆਂ ਨੂੰ ਕਹਿੰਦੇ ਹਨ ਕਿ ਮਾਤਾ ਜੀ ਹੁਣ ਬਹੁਤਾ ਸਮਾਂ ਅਸੀਂ ਇਸ ਸਥਾਨ ਤੇ ਨਹੀਂ ਰੁਕ ਸਕਦੇ, ਕਿਉਂਕਿ ਬਹੁਤ ਜ਼ਰੂਰੀ ਕਾਰਜ ਨੇ ਜਿਹੜੇ ਉੱਥੇ ਜਾ ਕਰਕੇ ਹੀ ਸੰਪੂਰਨ ਹੋਣੇ। ਸੋ ਜਿਸ ਵਿਧ ਮਹਾਰਾਜ ਫਿਰ ਜਾਣ ਦੇ ਲਈ ਤਿਆਰੀ ਆਦਿ ਕਰਨ ਤੋਂ ਪਹਿਲਾਂ ਮਾਤਾ ਜੀਆਂ ਤੋਂ ਹੁਕਮ ਲੈਂਦੇ ਹਨ। ਸੁਨੇ ਬ੍ਰਿਪ ਕਸ਼ਮੀਰੀ ਆਏ। ਇਹ ਵੀ ਸੁਣਿਆ ਆਪ ਜੀਆਂ ਨੇ ਪਿੱਛੇ ਜੋ ਕੁਝ ਵਰਤਿਆ ਹੈ। ਕਸ਼ਮੀਰ ਤੋਂ ਵਿਪਰ ਜਨ ਜਿਹੜੇ ਆਏ ਸਨ, ਜਿਵੇਂ ਇਤਿਹਾਸ ਦੇ ਵਿੱਚ ਅਸੀਂ ਹੋਰ ਵੀ ਪੜ੍ਹਦੇ ਆਏ ਹਾਂ, ਪਿੱਛੇ ਦੁਖੀ ਵਿਪਰ ਚਲੇ ਆਏ, ਵਿੱਚੇ ਪੁਰੀ ਆਨੰਦ ਬਾਹਾਂ ਹਮਾਰੀ ਪਕੜੀਏ, ਸ਼੍ਰੀ ਹਰਗੋਬਿੰਦ ਕੇ ਚੰਦ। ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਕੇ ਸੁਪੁੱਤਰ ਗੁਰੂ ਤੇਗ ਬਹਾਦਰ ਮਹਾਰਾਜ ਜੀ ਕੇ ਪਾਸ ਅਰਦਾਸ ਕਰਨ ਦੇ ਲਈ ਤਿੰਨ ਤੇ ਪਾਤੀ ਪਟ ਫੁਰਮਾਏ। ਤੇ ਉਹਨਾਂ ਵੱਲੋਂ ਲਿਖੀ ਹੋਈ ਪੱਤਰਕਾ ਬੇਨਤੀ ਅਰਜੀ ਨੂੰ ਪੜ੍ਹ ਕਰਕੇ ਜੋ ਪਿਤਾ ਗੁਰਦੇਵ ਜੀਆਂ ਨੇ ਬਚਨ ਕਹੇ ਸਨ, ਤੁਰ ਕੇਸਰ ਕੇ ਨਿਕਟ ਪਠਾਏ। ਉਹ ਸਭ ਕੁਝ ਜਾਣਦਿਆਂ ਹੋਇਆਂ ਆਪ ਹੀ ਮੌਜ ਵਿੱਚ ਆ ਕਰਕੇ ਪਿਤਾ ਗੁਰਦੇਵ ਜੀਆਂ ਨੂੰ ਤੁਰਕੇਸ਼ਰ ਸਮੇਂ ਦੇ ਹੁਕਮਰਾਨ ਬਾਦਸ਼ਾਹ ਔਰੰਗਜ਼ੇਬ ਵੱਲ ਵੀ ਭੇਜਿਆ ਹੈ। ਪਹੁੰਚੋ ਮਿਲੇ ਸੁਬਰਤੰਤ ਸੁਨਾਏ। ਜੋ ਆਪ ਮਹਾਰਾਜ ਪਹੁੰਚ ਗਏ ਹਨ ਦਿੱਲੀ ਦੀ ਧਰਤੀ ਤੇ ਜੋ ਵੀ ਵਰਤਾਂਤ ਹੈ ਭਾਈ ਸੰਤੋਖ ਸਿੰਘ ਜੀ ਕਹਿੰਦੇ ਹਨ ਇਹ ਸਾਰੇ ਦਾ ਸਾਰਾ ਪਿੱਛੇ ਆਪ ਸੰਗਤ ਸਰਵਣ ਵੀ ਕਰ ਚੁੱਕੇ ਹੋ। ਜਿਵੇਂ ਜਿਵੇਂ ਉਹ ਸਭ ਚੱਲਦਾ ਰਿਹਾ, ਟੂਕ ਮਾਤਰ ਇਸ਼ਾਰਾ ਦਿੱਤਾ ਹੈ, ਕਿਉਂਕਿ ਹੁਣ ਮਹਾਰਾਜ ਕਹਿ ਰਹੇ ਨੇ ਵੀ ਜਲਦੀ ਹੀ ਅਸੀਂ ਸ਼੍ਰੀ ਅਨੰਦਪੁਰ ਸਾਹਿਬ ਨੂੰ ਜਾਣਾ ਹੈ। ਸੋ ਜਿਵੇਂ ਵੀ ਵਰਤਾਂਤ ਹੋਇਆ ਮਹਾਰਾਜ ਗਏ ਹਨ। ਵਿਪਰਾ ਨੇ ਆ ਕਰਕੇ ਬੇਨਤੀ ਕੀਤੀ, ਮਹਾਰਾਜ ਜੀ ਨੇ ਪ੍ਰਵਾਨ ਕੀਤੀ, ਬਚਨ ਕਹਿ ਸਨ ਕਿ ਕੋਈ ਵੱਡਾ ਪੁਰਖ ਸੀਸ ਦੇਵੇ ਤਾਂ ਹੀ ਧਰਮ ਬਚ ਸਕਦਾ। ਸੋ ਧਰਮ ਦੀ ਰਾਖੀ ਦੇ ਲਈ ਗੁਰਦੇਵ ਆਪ ਦਿੱਲੀ ਗਏ ਸਨ ਤੇ ਮਹਾਰਾਜ ਕਹਿਣ ਲੱਗੇ ਮਾਤਾ ਜੀ ਇਹ ਸਭ ਕੁਝ ਤੁਹਾਨੂੰ ਪਤਾ ਹੈ ਜੀ। ਤਬ ਤੇ ਔਰੰਗ ਲੱਗੇ ਹਕਾਰਨ। ਉਦੋਂ ਤੋਂ ਹੀ ਜਿਹੜਾ ਬਾਦਸ਼ਾਹ ਔਰੰਗਾ ਹੈ ਉਹ ਹਕਾਰ ਰਿਹਾ, ਭਾਵ ਬੁਲਾ ਰਿਹਾ ਸੀ, ਕਿਉਂਕਿ ਕਸ਼ਮੀਰੀ ਵਿਪਰਾ ਨੇ ਕਹਿ ਦਿੱਤਾ ਸੀ ਕਿ ਜੇਕਰ ਸਾਡੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਇਸਲਾਮ ਧਾਰਨ ਕਰ ਲੈਂਦੇ ਨੇ ਤੇ ਅਸੀਂ ਸਾਰੇ ਆਪੇ ਹੀ ਇਸਲਾਮੀ ਹੋ ਜਾਵਾਂਗੇ। ਸੋ ਉਸ ਵਕਤ ਤੋਂ ਇਹ ਜਿਹੜਾ ਵਿਗਾੜ ਹੈ ਉਹ ਵੱਧ ਰਿਹਾ ਹੈ। ਤੋਰਾ ਕਰਤ ਸਰਾ ਕੇ ਕਾਰਨ। ਕਿਉਂਕਿ ਉਹ ਸ਼ਰ੍ਹਾ ਚਲਾਉਣੀ ਚਾਹੁੰਦਾ ਹੈ, ਇੱਕ ਹੀ ਮਜ਼ਹਬ ਰੱਖਣਾ ਚਾਹੁੰਦਾ ਹੈ ਇਸ ਹਿੰਦੁਸਤਾਨ ਦੇਸ਼ ਅੰਦਰ, ਜੋ ਕਿ ਸੰਭਵ ਨਹੀਂ ਹੈ। ਪ੍ਰਥਮ ਅਹਿਦੀ ਨਿਕਟ ਪਠਾਏ। ਤੇ ਪ੍ਰਥਮ ਹੀ ਮਹਾਰਾਜ ਜੀ ਕੋ ਗ੍ਰਿਫਤਾਰ ਕਰਨ ਦੇ ਲਈ ਉਹਨੇ ਆਪਣੇ ਅਹਿਦੀ ਜਿਹੜੇ ਸਨ ਇਧਰ ਅਨੰਦਪੁਰ ਸਾਹਿਬ ਵੱਲ ਨੂੰ ਭੇਜੇ ਹਨ। ਤਿਨਹੁ ਸੰਗ ਨੈ ਗੁਰੂ ਸਿਧਾਏ। ਲੇਕਿਨ ਉਹਨਾਂ ਦੀਆਂ ਦੇ ਨਾਲ ਮਹਾਰਾਜ ਜੀ ਗਏ ਨਹੀਂ ਸਨ। ਮਹਾਰਾਜ ਤੇ ਆਪਣੀ ਮੌਜ ਵਿੱਚ ਆ ਕੇ ਆਪ ਗ੍ਰਿਫਤਾਰੀ ਦਿੰਦੇ ਹਨ। ਸੈਫਾਬਾਦ ਥਿਰੇ ਜਬ ਆਏ। ਸੈਫਾਬਾਦ ਕਿਉਂਕਿ ਇੱਥੇ ਨਾ ਟੂਕ ਮਾਤਰ ਭਾਈ ਸੰਤੋਖ ਸਿੰਘ ਜੀ ਹੋਰਾਂ ਨੇ ਉਹ ਸਾਰੀ ਪਿਛਲੀ ਵਾਰਤਾ ਦਰਜ ਕੀਤੀ ਹੈ। ਜਿਵੇਂ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਸ਼੍ਰੀ ਅਨੰਦਪੁਰ ਸਾਹਿਬ ਤੋਂ ਚੱਲ ਕੇ ਵੱਖ-ਵੱਖ ਸਥਾਨਾਂ ਤੇ ਹੁੰਦੇ ਹੋਏ ਆਗਰੇ ਦਿੱਲੀ ਤੱਕ ਪਹੁੰਚੇ ਸਨ। ਸੋ ਸੈਫਾਬਾਦ ਵੀ ਰੁਕੇ ਹਨ। ਖੋਜਨ ਹਿਤਗਨ ਫੌਜ ਪਠਾਏ। ਤੇ ਮਹਾਰਾਜ ਜੀ ਕੀ ਖੋਜ ਕਰਨ ਦੇ ਲਈ ਬਾਦਸ਼ਾਹ ਵੱਲੋਂ, ਤੁਰਕ ਬਾਦਸ਼ਾਹ ਔਰੰਗਜ਼ੇਬ ਵੱਲੋਂ ਬਹੁਤ ਫੌਜਾਂ ਦਿਨ ਰਾਤ ਯਤਨ ਕਰਦੀਆਂ ਰਹੀਆਂ ਹਨ। ਮਿਲਿਓ ਨਾ ਕੋਈ ਕਿਸ ਥਲ ਕਬੈ। ਲੇਕਿਨ ਬਹੁਤ ਸਾਰੇ ਪੁਰਖ ਐਸੇ ਨੇ ਰਾਸਤੇ ਦੇ ਅੰਦਰ ਜਿਨ੍ਹਾਂ ਪਾਸ ਮਹਾਰਾਜ ਠਹਿਰਦੇ ਸਨ ਤੇ ਉਹ ਗ੍ਰਿਫਤਾਰੀ ਨਹੀਂ ਹੋਣ ਦਿੰਦੇ ਸਨ। ਸੋ ਇਸ ਵਿਧ ਮਹਾਰਾਜ ਇਸ ਇਲਾਕੇ ਵਿੱਚ ਵਿਚਰੇ ਹਨ। ਹੈਵ ਕਰ ਤਿਆਗ ਆਪ ਗੇ ਤਬੈ। ਹੁਣ ਮਹਾਰਾਜ ਆਪ ਹੀ ਆਪਣੀ ਮੌਜ ਵਿੱਚ ਉਸ ਸਥਾਨ ਤੇ ਪਹੁੰਚ ਗਏ ਹਨ। ਜਾਏ ਆਗਰੇ ਸੂਚਨ ਹੇਤ। ਤੇ ਆਗਰੇ ਜਾ ਕਰਕੇ ਜੋ ਮਹਾਰਾਜ ਜੀਆਂ ਨੇ ਆਪਣੀ ਸੂਚਨਾ ਸਮੇਂ ਦੇ ਹੁਕਮਰਾਨਾਂ ਨੂੰ ਜਿਸ ਵਿਧ ਦਿੱਤੀ ਉਹ ਵੀ ਪਿੱਛੇ ਸਾਖੀ ਵਿੱਚ ਆਪ ਸੰਗਤ ਸਰਵਣ ਕਰ ਆਏ ਹੋ। ਉੱਥੋਂ ਦੇ ਇੱਕ ਜਿਹੜੀ ਹਸਨ ਅਲੀ ਨੂੰ ਮਹਾਰਾਜ ਜੀ ਨੇ ਕੀਮਤੀ ਦੁਸ਼ਾਲਾ ਤੇ ਅੰਗੂਠੀ ਦਿੱਤੀ, ਜਿੱਥੋਂ ਪਤਾ ਲੱਗਿਆ ਕਿ ਇਤਨੀ ਕੀਮਤੀ ਅੰਗੂਠੀ ਆਮ ਆਜੜੀ ਪਾਸ ਕਿਵੇਂ ਹੋ ਸਕਦੀ ਹੈ। ਸੋ ਇਸ ਕਰਕੇ ਉੱਥੋਂ ਦੇ ਫੌਜਦਾਰ ਤੇ ਕਿਲੇਦਾਰ ਨੇ ਆ ਕਰਕੇ ਸਤਿਗੁਰੂ ਜੀ ਕੋ ਗ੍ਰਿਫਤਾਰ ਕਰ ਲਿਆ ਸੀ।
ਸੋ ਇਹ ਸਾਰੇ ਪਿਛਲੇ ਹਵਾਲੇ ਹਨ, ਟੂਕ ਮਾਤਰ ਮਹਾਰਾਜ ਜੀ ਹੁਣ ਦੁਹਰਾ ਰਹੇ ਹਨ। ਪੱਠੀ ਮੁੰਦਰਕਾ ਹੀਰਾ ਸਵੇਤ, ਉਹ ਅੰਗੂਠੀ ਜਿਹਦੇ ਵਿੱਚ ਹੀਰਾ ਲੱਗਿਆ ਹੋਇਆ ਸੀ। ਗਇਓ ਅਲਾਈ ਦਇਓ ਦੁਸਾਲਾ, ਤੇ ਜਿਵੇਂ ਜਿਵੇਂ ਉੱਥੇ ਜਾ ਕਰਕੇ ਉਹ ਆਜੜੀ ਨੇ ਮਹਾਰਾਜ ਸੱਚੇ ਪਾਤਸ਼ਾਹ ਦੀ ਕੀ ਦਿੱਤੀ ਹੋਈ ਭੇਟ ਦੇ ਬਦਲੇ ਕੁਝ ਮਿਠਾਈ ਮੰਗੀ, ਕੁਝ ਪਦਾਰਥ ਮੰਗਿਆ, ਤੇ ਉਸ ਨੂੰ ਗ੍ਰਿਫਤਾਰ ਕੀਤਾ ਜਾਂਦਾ ਹੈ। ਭਾਈ ਸੰਤੋਖ ਸਿੰਘ ਸਾਹਿਬ ਜੀ ਕਹਿ ਰਹੇ ਹਨ, ਜਿਹੜਾ ਦਿੱਲੀ ਤੋਂ ਸਿੱਖ ਆਇਆ ਨਾ, ਉਹਨੇ ਸਾਰੀ ਵਾਰਤਾ ਮਹਾਰਾਜ ਜੀਆਂ ਨੂੰ ਸੁਣਾਈ ਵੀ ਸੀ। ਸੋ ਇਸ ਵਿਦਨਾ ਇਹ ਸਭ ਕੁਝ ਜੋ ਕੁਝ ਵੀ ਪਿੱਛੇ ਹੋਇਆ ਹੈ, ਸੋ ਕੈ ਲੀਨ ਦੇਖ ਕੁਤਵਾਲਾ, ਕੁਤਵਾਲ ਨੇ ਆ ਕਰਕੇ ਤੇ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਕੋ ਗ੍ਰਿਫਤਾਰ ਕੀਤਾ ਹੈ ਜੀ। ਸੰਗ ਸਿਪਾਹੀ ਲੈ ਕਰ ਗਇਓ, ਸਿਪਾਹੀ ਜਿਹੜੇ ਸਨ ਗ੍ਰਿਫਤਾਰ ਕਰਕੇ ਮਹਾਰਾਜ ਜੀਆਂ ਨੂੰ ਜੇਲ੍ਹ ਵਿੱਚ ਪਾ ਰਹੇ ਹਨ। ਉਪਬਨ ਆਏ ਬਤਾਵਤ ਭਇਓ, ਉਪਬਨ ਆਏ ਦੱਸ ਦਿੱਤਾ ਸੀ ਸਿਪਾਹੀਆਂ ਨੇ ਆ ਕਰਕੇ ਕਿ ਕੋਈ ਵੱਡਾ ਪੁਰਖ, ਕੋਈ ਐਸਾ ਤੇਜ ਪ੍ਰਤਾਪੀ ਮਨੁੱਖ ਜਿਹੜਾ ਇਸ ਬਾਗ ਵਿੱਚ ਠਹਿਰਿਆ ਹੈ, ਜਿਸ ਨੇ ਇਹ ਅੰਗੂਠੀ ਦਿੱਤੀ ਹੈ ਜੀ। ਤੇ ਲੈ ਸੰਗ ਦੁਰਗ ਉਤਾਰੇ, ਤੇ ਉਹਨਾਂ ਤੋਂ ਲੈ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਨੂੰ ਫਿਰ ਗ੍ਰਿਫਤਾਰ ਕੀਤਾ ਜਾਂਦਾ ਹੈ, ਕਿਲੇ ਅੰਦਰ ਰੱਖਿਆ ਗਿਆ। ਹਿਮ ਸਤਿਗੁਰ ਤਿਸ ਥਾਨ ਸਿਧਾਰੇ, ਇਸ ਵਿੱਚ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਦਿੱਲੀ ਅੰਦਰ ਪਹੁੰਚਦੇ ਹਨ। ਇਹ ਸਾਰਾ ਬ੍ਰਿਤਾਂਤ ਹੈ ਜੋ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀਆਂ ਨੂੰ ਸਿੱਖ ਨੇ ਸੁਣਾਇਆ ਸੀ, ਜਿਹਨੂੰ ਮਹਾਰਾਜ ਹੁਣ ਇੱਥੇ ਬੈਠ ਕਰਕੇ ਯਾਦ ਵੀ ਕਰ ਰਹੇ ਨੇ। ਤੇ ਨਾਲ ਹੀ ਮਹਾਰਾਜ ਆਪਣੇ ਮਾਤਾ ਨਾਨਕੀ ਜੀ ਹੋਰਾਂ ਨੂੰ ਕਹਿ ਰਹੇ ਨੇ ਕਿ ਮਾਤਾ ਜੀ ਹੁਣ ਬਹੁਤਾ ਸਮਾਂ ਅਸੀਂ ਲਖਨੌਰ ਨਹੀਂ ਰੁਕਣਾ, ਕਿਉਂਕਿ ਸ਼੍ਰੀ ਅਨੰਦਪੁਰ ਸਾਹਿਬ ਜਾ ਕਰਕੇ ਬਹੁਤ ਜ਼ਰੂਰੀ ਕਾਰਜ ਕਰਨੇ ਹਨ। ਸਾਡੇ ਬੜੇ ਹੀ ਪਿਆਰ ਵਾਲੇ ਸਿੱਖ ਇਸ ਪੰਜਾਬ ਦੇਸ਼ ਅੰਦਰ ਮਾਲਵੇ ਦੁਆਬੇ ਆਦਿਕ ਦੇਸ਼ਾਂ ਵਿੱਚ ਵਸਦੇ ਨੇ, ਜੋ ਕਿ ਸਾਨੂੰ ਯਾਦ ਕਰ ਰਹੇ ਨੇ ਤੇ ਜਿਨ੍ਹਾਂ ਨੂੰ ਹੁਣ ਸਾਡੀ ਬਹੁਤ ਲੋੜ ਹੈ, ਕਿਉਂਕਿ ਹੁਕਮਰਾਨ ਜੋ ਕੁਝ ਕਰ ਰਿਹਾ ਆਪਣੀਆਂ ਹੁਕਮਾਂ ਦੇ ਨਾਲ ਸਖਤੀ ਕਰਕੇ ਜ਼ਬਰਦਸਤੀ ਧਰਮਾਂ ਨੂੰ ਤਬਦੀਲ ਕਰਨ ਦੇ ਲਈ ਉਹ ਯਤਨ ਕਰ ਰਿਹਾ। ਸੋ ਇਸ ਤੋਂ ਪਹਿਲਾਂ ਕਿ ਉਹਦਾ ਜਿਹੜਾ ਤੇਜ ਹੈ, ਬਲ ਹੈ, ਉਹ ਇਸ ਪੰਜਾਬ ਦੇਸ਼ ਦੀ ਧਰਤੀ ਤੇ ਵਧੇ, ਅਸੀਂ ਅਨੰਦਪੁਰ ਸਾਹਿਬ ਜਾ ਕਰਕੇ ਐਸਾ ਕੁਝ ਕਰ ਦੇਣਾ ਹੈ ਕਿ ਉਹ ਇੱਥੇ ਕੋਈ ਪ੍ਰਭਾਵ ਨਹੀਂ ਪਾ ਸਕੇਗਾ, ਕਿਉਂਕਿ ਉਧਰ ਗੁਰੂ ਤੇਗ ਬਹਾਦਰ ਮਹਾਰਾਜ ਜੀ ਕੀ ਸ਼ਹਾਦਤ ਹੋਣੀ ਹੈ, ਇਧਰੋਂ ਪਿੱਛੋਂ ਜਿਤਨਾ ਵੀ ਕਾਰਜ ਹੈ ਮਹਾਰਾਜ ਜੀਆਂ ਨੇ ਆਪ ਸਾਂਭ ਲੈਣਾ। ਸੋ ਜਿਵੇਂ ਮਹਾਰਾਜ ਵਿਚਰ ਰਹੇ ਹਨ, ਜਿਵੇਂ ਜਿਵੇਂ ਬਖਸ਼ਿਸ਼ ਹੋ ਰਹੀ ਹੈ, ਉਹ ਹਵਾਲੇ ਭਾਈ ਸਾਹਿਬ ਜੀ ਹੋਰਾਂ ਨੇ ਅੰਕਿਤ ਕੀਤੇ ਨੇ। ਸੋ ਜਿਵੇਂ ਭਾਈ ਸੰਤੋਖ ਸਿੰਘ ਜੀ ਹੋਰਾਂ ਨੇ ਸਾਖੀ ਵਿੱਚ ਲਿਖਿਆ, ਯਤਨ ਕਰਾਂਗੇ ਅਗਲੇਰੇ ਦੀਵਾਨਾਂ ਵਿੱਚ ਵਿਸਤਾਰ ਸਹਿਤ ਸਾਰੀ ਮਿੱਥਿਆ ਆਪ ਸੰਗਤਾਂ ਦੇ ਨਾਲ ਸਾਂਝੀ ਕਰਨ ਦਾ ਜੀ। ਅੱਜ ਇੱਥੇ ਹੀ ਵਿਚਾਰਾਂ ਨੂੰ ਵਿਸ਼ਰਾਮ ਦਿੰਦੇ ਹਾਂ, ਸਮਾਂ ਹੋ ਚੁੱਕਾ। ਆਓ ਹੁਣ ਗੁਰਬਾਣੀ ਦੇ ਇਸੇ ਤਰ੍ਹਾਂ ਆਪਾਂ ਨੇ ਕੀਰਤਨ ਸਰਵਣ ਕਰਨੇ ਨੇ। ਗੁਰੂ ਇਤਿਹਾਸ ਨੂੰ ਵਾਚਦਿਆਂ ਬੇਅੰਤ ਤਰ੍ਹਾਂ ਦੀਆਂ ਹੋਈਆਂ ਭੁੱਲਾਂ ਗੁਰਦੇਵ ਗੁਰੂ ਕੀ ਸੰਗਤ ਬਖਸ਼ ਲੈਣਾ। ਆਓ ਅਖੀਰਲੀਆਂ ਪੰਕਤੀਆਂ ਪੜ੍ਹ ਕੇ ਸਮਾਪਤੀ ਹੈ ਜੀ। ਤੇ ਲੈ ਸੰਗ ਦੁਰਗ ਉਤਾਰੇ, ਹਿਮ ਸਤਿਗੁਰ ਤਿਸ ਥਾਨ ਸਿਧਾਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।